ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ 'ਤੇ ਸਿੱਖ ਫਿਲਾਸਫੀ ਦਾ ਹਫ਼ਤਾਵਾਰੀ ਪ੍ਰੋਗਰਾਮ, ਜਿਹਦੇ ਵਿੱਚ ਹਮੇਸ਼ਾ ਇਸ ਤਰ੍ਹਾਂ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਅਵਤਾਰ ਸਿੰਘ ਜੀ ਵੱਖ-ਵੱਖ ਵਿਸ਼ਿਆਂ ਦੇ ਉੱਤੇ ਚਾਨਣ ਪਾਉਂਦੇ ਨੇ। ਗੁਰਮਤ ਦੀ ਫਿਲਾਸਫੀ ਉਹਦੇ ਬਾਰੇ, ਅਤੇ ਅੱਜ ਵੀ ਸਿੱਖ ਚੈਨਲ ਸਟੂਡੀਓ ਵਿੱਚ ਹਾਜ਼ਰ ਨੇ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਸਮੇਂ ਤੋਂ ਕਈ ਵਾਰੀ ਇਹ ਪ੍ਰੋਗਰਾਮ ਬਣਾਏ ਸਨ ਕਿ ਸੰਸਕਾਰਾਂ ਦੀ ਗੱਲ ਕੀਤੀ ਜਾਵੇ। ਉਸ ਤੋਂ ਬਾਅਦ ਕੋਈ ਇਹੋ ਜਿਹਾ ਮੌਕਾ ਬਣਦਾ ਕਿ ਹੋਰ ਵਿਸ਼ਿਆਂ 'ਤੇ ਗੱਲ ਕੀਤੀ, ਅਤੇ ਅੱਜ ਅਸੀਂ ਇਹ ਜਿਸ ਸੰਸਕਾਰਾਂ ਦੀ ਗੱਲ, ਉਹਨਾਂ ਬਾਰੇ ਗੁਰਮਤ ਵਿਚਾਰਾਂ ਭਾਈ ਸਾਹਿਬ ਜੀ ਦੇ ਸਰਵਣ ਕਰਨੀਆਂ ਨੇ। ਇਹ ਲੜੀਵਾਰ ਪ੍ਰੋਗਰਾਮ ਜਿਹੜਾ ਕਿ 4-5 ਐਪੀਸੋਡ ਹੋਣੇ। ਗੱਲ ਕਰਦੇ ਹਾਂ ਕਿ ਸੰਸਕਾਰਾਂ ਦੀ, ਸਿੱਖਾਂ ਦੇ, ਆਪਾਂ ਆਪਣੀ ਗੱਲ ਕਰਦੇ ਸਿੱਖਾਂ ਦੇ ਸੰਸਕਾਰਾਂ ਦੀ। ਹਰ ਇੱਕ ਧਰਮ ਆਪੋ ਆਪਣੇ ਵਿਧੀ ਅਨੁਸਾਰ ਜੋ ਉਹਨਾਂ ਪੀਰਾਂ ਫਕੀਰਾਂ ਦੇ ਪਾਏ ਹੋਏ ਪੂਰਨੇ ਨੇ, ਉਹਨਾਂ ਅਨੁਸਾਰ ਆਪਣੇ ਸੰਸਕਾਰ ਕਰਦੇ ਹੋਣਗੇ। ਪਰ ਸਿੱਖ ਗੁਰਮਤ ਅਨੁਸਾਰ ਜੋ ਸੰਸਕਾਰ ਰਚੇ ਗਏ ਨੇ, ਉਹਨਾਂ 'ਤੇ ਕੀ ਕਰਨਾ ਚਾਹੀਦਾ ਹੈ, ਕੀ ਹੁੰਦਾ ਹੈ ਅਤੇ ਕਰਨਾ ਕੀ ਚਾਹੀਦਾ ਹੈ, ਗੁਰਮਤ ਸਾਨੂੰ ਕੀ ਦੱਸਦੀ ਹੈ। ਯਾਦ ਕਰਾ ਦੇਵਾਂ ਦੁਬਾਰਾ ਕਿ ਇਹ ਪ੍ਰੋਗਰਾਮ ਐਜੂਕੇਸ਼ਨਲ ਪ੍ਰੋਗਰਾਮ ਹੁੰਦੇ ਨੇ। ਸਾਡੀ ਸਦਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਪ੍ਰੋਗਰਾਮਾਂ ਤੋਂ ਕੁਝ ਨਾ ਕੁਝ ਸਿੱਖੀਏ। ਅਤੇ ਅੱਜ ਪ੍ਰੋਗਰਾਮ ਜਿਹੜਾ ਸੰਸਕਾਰਾਂ ਦੇ, ਉਹਦੇ ਉੱਤੇ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਸਾਨੂੰ ਦੱਸੋ, ਸਿੱਖਾਂ ਦੇ ਵਿੱਚ ਸੰਸਕਾਰ ਕਿੰਨੇ ਨੇ? ਧੰਨਵਾਦ ਡਾਕਟਰ ਸਾਹਿਬ। 4 ਸੰਸਕਾਰ ਰਹਿਤ ਮਰਿਆਦਾ ਦੇ ਵਿੱਚ ਨਿਯਤ ਕੀਤੇ ਸਿੱਖਾਂ ਦੇ ਜੀ। ਜਦੋਂ ਅਸੀਂ ਗੱਲ ਵੱਖ-ਵੱਖ ਧਰਮਾਂ ਦੀ ਕਰਦੇ ਹਾਂ, ਉਹਨਾਂ ਦੇ ਆਪਣੇ ਧਾਰਮਿਕ ਅਕੀਦੇ ਦੇ ਮੁਤਾਬਕ ਆਪਣੇ ਢੰਗ ਤਰੀਕੇ ਨੇ। ਪੰਥ ਨੇ, ਗੁਰੂ ਸਾਹਿਬਾਂ ਨੇ ਸਿੱਖ ਵਾਸਤੇ ਇੱਕ ਨਿਆਰਾ ਜੀਵਨ ਨਿਯਤ ਕੀਤਾ ਹੈ, ਨਿਆਰਾਪਣ ਦਿੱਤਾ ਹੈ ਖਾਲਸਾਈ ਜੀਵਨ ਦਾ ਜੀ। ਉਹਦੇ ਵਿੱਚ ਉਹਦੀਆਂ ਜਿਹੜੀਆਂ ਰਵਾਇਤਾਂ ਹੈ ਉਹ ਵੀ ਨਿਆਰੀਆਂ। ਜ਼ਿੰਦਗੀ ਦੇ ਵਿੱਚ ਮਨੁੱਖ ਜਨਮ ਤੋਂ ਲੈ ਕੇ ਮਰਨ ਤੱਕ ਵੱਖ-ਵੱਖ ਪੜਾਵਾਂ ਦੇ ਵਿੱਚ ਦੀ ਲੰਘਦਾ ਹੈ। ਉਹਨੂੰ ਧਿਆਨ 'ਚ ਰੱਖ ਕੇ ਗੁਰਮਤ ਦੇ ਵਿੱਚ 4 ਸੰਸਕਾਰ ਪ੍ਰਵਾਨ ਕੀਤੇ ਗਏ। ਪਹਿਲਾ ਜਨਮ ਸੰਸਕਾਰ ਹੈ ਜੀ, ਜਦੋਂ ਬੱਚੇ ਦਾ ਜਨਮ ਹੁੰਦਾ ਹੈ। ਦੂਸਰਾ ਅੰਮ੍ਰਿਤ ਸੰਸਕਾਰ ਹੈ, ਜਿਹਦੇ ਬਾਰੇ ਅਸੀਂ ਬਹੁਤ ਘੱਟ ਧਿਆਨ ਦਿੱਤਾ ਹੈ ਜੀ। ਜਦੋਂ ਬੱਚਾ ਹੋਸ਼ ਸੰਭਾਲ ਲੈਂਦਾ ਹੈ, ਜਦੋਂ ਆਪਣੀ ਰਹਿਤ ਰੱਖਣ ਦੇ ਯੋਗ ਹੋ ਜਾਂਦਾ ਹੈ, ਜਦੋਂ ਬਾਣੀ ਦੇ ਨਾਲ ਜੁੜਨ ਦੇ ਯੋਗ ਹੋ ਜਾਂਦਾ ਹੈ, ਫਿਰ ਉਹਨੂੰ ਗੁਰੂ ਦੇ ਲੜ ਲਾਇਆ ਜਾਂਦਾ ਹੈ ਬੱਚੇ ਨੂੰ। ਅਤੇ ਉਹ ਜਿਹੜਾ ਗੁਰੂ ਦੇ ਲੜ ਲਾਉਣ ਵਾਲੀ ਅਵਸਥਾ ਜਿਹੜੀ, ਉਹ ਅੰਮ੍ਰਿਤ ਸੰਸਕਾਰ ਹੈ। ਹਾਂਜੀ। ਉਸ ਤੋਂ ਬਾਅਦ ਹੁੰਦਾ ਆਨੰਦ ਸੰਸਕਾਰ। ਬੱਚੇ ਅਤੇ ਬੱਚੀ ਦਾ ਜਿਹੜਾ ਵਿਆਹ ਹੈ, ਉਹ ਆਨੰਦ ਕਾਰਜ ਦੀ ਵਿਧੀ ਅਨੁਸਾਰ ਆਨੰਦ ਸੰਸਕਾਰ ਹੈ ਉਹ। ਅਤੇ ਚੌਥਾ ਮ੍ਰਿਤਕ ਸੰਸਕਾਰ ਹੈ। ਜਦੋਂ ਪ੍ਰਾਣੀ ਇਸ ਸੰਸਾਰ ਤੋਂ ਚਲੇ ਜਾਂਦਾ ਹੈ, ਉਦੋਂ ਪ੍ਰਾਣੀ ਦੇ ਚੜ੍ਹਾਈ ਕਰ ਜਾਣ ਸਮੇਂ ਸਿੱਖ ਨੇ ਕੀ ਕਰਨਾ ਹੈ, ਜਿਹੜੇ ਦੂਜੇ ਲੋਕ ਜੋ ਕੁਝ ਕਰਦੇ ਹੈ ਉਹਨਾਂ ਦੀ ਨਕਲ ਨਹੀਂ ਕਰਨੀ। ਆਪਣਾ ਨਿਆਰਾ ਜੀਵਨ ਜਿਹੜਾ ਗੁਰਬਾਣੀ ਵਿੱਚ ਸਾਨੂੰ ਗੁਰੂ ਸਾਹਿਬ ਨੇ ਸੇਧ ਦਿੱਤੀ ਹੈ, ਉਹਦੇ ਮੁਤਾਬਕ ਅਸੀਂ ਚੜ੍ਹਾਈ ਕਰ ਚੁੱਕੇ ਜਿਹੜਾ ਪ੍ਰਾਣੀ ਹੈ, ਉਹਦੇ ਸਰੀਰ ਦੀ ਸੰਭਾਲ ਕਿਵੇਂ ਕਰਨੀ ਹੈ, ਅਤੇ ਉਹਦੇ ਪ੍ਰਤੀ ਹੋਰ ਸਾਡੇ ਕਿਹੜੇ ਫਰਜ਼ ਨੇ। ਇਹ 4 ਸਾਡੇ ਮੁੱਖ ਸੰਸਕਾਰ ਨੇ। ਇਸ ਦੇ ਨਾਲ ਜਦੋਂ ਵੀ ਕਦੇ ਹੋਰ ਕੋਈ ਸਮਾਂ ਜ਼ਿੰਦਗੀ ਦੇ ਵਿੱਚ ਬਣਦਾ ਹੈ, ਸਿੱਖ ਨੇ ਕੋਈ ਕਾਰੋਬਾਰ ਸ਼ੁਰੂ ਕਰਨਾ ਹੈ, ਬੱਚੇ ਨੂੰ ਯੂਨੀਵਰਸਿਟੀ ਸਕੂਲ ਦੇ ਵਿੱਚ ਦਾਖਲ ਕਰਾਉਣਾ ਹੈ, ਨਵਾਂ ਕਾਰੋਬਾਰ ਸ਼ੁਰੂ ਕਰਨਾ ਹੈ, ਕੋਈ ਹੋਰ ਕੰਮ ਕਰਨਾ ਹੈ, ਅਤੇ ਉਹਦੇ ਵਾਸਤੇ ਬਾਕਾਇਦਾ ਤੌਰ 'ਤੇ ਪੰਥ ਨੇ ਇਹ ਨੀਅਤ ਕੀਤਾ ਹੈ ਕਿ ਉਹ ਗੁਰੂ ਦੇ ਦਰ 'ਤੇ ਜਾਏ, ਪਾਠ ਕਰੇ, ਕਥਾ ਕੀਰਤਨ ਕਰੇ, ਸੁਣੇ, ਅਰਦਾਸ ਕਰੇ, ਸਤਿਗੁਰੂ ਦਾ ਓਟ ਆਸਰਾ ਲਵੇ। ਉਹਦੇ ਵਾਸਤੇ ਕੋਈ ਗਿਣਤੀ ਨਹੀਂ ਹੈ ਜ਼ਿੰਦਗੀ ਦੇ ਵਿੱਚ। ਜਦੋਂ ਵੀ ਕੋਈ ਜ਼ਿੰਦਗੀ 'ਚ ਕੋਈ ਪੜਾਅ ਆਵੇ, ਹਮੇਸ਼ਾ ਉਸ ਦਾ ਆਰੰਭ ਗੁਰੂ ਚਰਨਾਂ ਦੇ ਵਿੱਚ ਜਾ ਕੇ ਸੰਗਤ ਵਿੱਚ ਅਰਦਾਸ ਕਰਕੇ ਗੁਰੂ ਦਾ ਆਸ਼ੀਰਵਾਦ ਲੈ ਕੇ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਨ ਤੋਂ ਬਾਅਦ
ਆਪਣਾ ਕਾਰੋਬਾਰ ਸ਼ੁਰੂ ਕਰਨਾ, ਕੰਮਕਾਰ ਸ਼ੁਰੂ ਕਰਨਾ ਹੈ। ਪਰ ਜਿਹੜੇ ਜ਼ਿੰਦਗੀ ਦੇ ਸਾਡੇ ਸਰੀਰਾਂ ਦੇ ਨਾਲ ਸੰਬੰਧਿਤ 4 ਪੜਾਅ ਨੇ ਜਿਹੜੇ ਮਨੁੱਖ ਦੇ, ਉਹਦੇ ਨਾਲ ਇਹ 4 ਸੰਸਕਾਰ ਜਿਹੜੇ ਨੇ ਉਹ ਨਿਯਤ ਕੀਤੇ ਨੇ ਸਿੰਘ ਡਾਕਟਰ ਸਾਹਿਬ। ਸੋ ਸਾਡੇ ਵਾਸਤੇ ਸਤਿਗੁਰੂ ਨੇ 4 ਪੜਾਅ ਜਾਂ 4 ਸੰਸਕਾਰ, ਜਨਮ, ਅੰਮ੍ਰਿਤ, ਆਨੰਦ ਅਤੇ ਮ੍ਰਿਤਕ ਸੰਸਕਾਰ, ਅਤੇ ਇਹਦੇ ਵਾਸਤੇ ਸਤਿਗੁਰੂ ਨੇ ਸਾਡੇ ਵਾਸਤੇ ਗੁਰਬਾਣੀ ਵਿੱਚ ਸ਼ਬਦ ਉਚਾਰ ਕੇ ਸਾਨੂੰ ਸਿੱਖਿਆ ਵੀ ਦਿੱਤੀ ਹੈ ਕਿ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ, ਬਜਾਏ ਕਿ ਅਸੀਂ ਕਿਸੇ ਹੋਰ ਦੀ ਓਟ ਆਸਰਾ ਲਈਏ ਜਾਂ ਲਕੀਰ ਦੇ ਫਕੀਰ ਬਣੀਏ। ਸਭ ਸੱਚੇ ਪਾਤਸ਼ਾਹ ਜੀ ਨੇ ਬਾਣੀਆਂ ਉਚਾਰੀਆਂ ਹੋਈਆਂ ਨੇ, ਹੁਣ ਪੜ੍ਹਨਾ ਜਾਂ ਨਾ ਪੜ੍ਹਨਾ ਇਹ ਤਾਂ ਸਾਡੇ ਉੱਤੇ ਹੈ ਨਾ, ਪਰ ਸਤਿਗੁਰੂ ਨੇ ਇਹ ਬਖਸ਼ਿਸ਼ ਕੀਤੀ ਹੈ। ਅਤੇ ਅੱਜ ਜਿਹੜਾ ਸੰਸਕਾਰ ਦੀ ਗੱਲ ਕਰਨ ਜਾ ਰਹੇ, ਉਸ ਤੋਂ ਪਹਿਲਾਂ ਮੈਂ ਭਾਈ ਸਾਹਿਬ ਨੂੰ ਪੁੱਛਾਂਗਾ ਕਿ ਜੋ ਮ੍ਰਿਤਕ ਸੰਸਕਾਰ ਹੈ, ਮੌਤ, ਸਿੱਖ ਵਾਸਤੇ ਮੌਤ ਦੀ ਡੈਫੀਨੇਸ਼ਨ ਕੀ ਹੈ? ਸਿੱਖ ਵਾਸਤੇ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਮੌਤ ਹੈ। ਜਦੋਂ ਸਿਆਲਕੋਟ ਦੇ ਵਿੱਚ ਪੀਰ ਨੇ ਸਾਰਾ ਸ਼ਹਿਰ ਗਰਕ ਕਰਨ ਦਾ ਪਖੰਡ ਕੀਤਾ ਸੀ ਨਾ, ਚਲੀਹਾ ਕੱਟ ਕੇ, ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਸੱਚ ਤੇ ਝੂਠ ਖਰੀਦਣ ਦੀ ਗੱਲ ਜਦੋਂ ਕੀਤੀ ਸੀ, ਤੇ ਭਾਈ ਮੂਲੇ ਨੇ ਕਾਗਜ਼ ਦੇ ਉੱਤੇ ਇੱਕ ਟਕੇ ਦਾ ਜਿਉਣਾ ਝੂਠ ਤੇ ਮਰਨਾ ਸੱਚ ਲਿਖ ਕੇ ਵਾਪਸ ਕੀਤਾ ਸੀ। ਤੇ ਗੁਰੂ ਨਾਨਕ ਸਾਹਿਬ ਨੇ ਉਸ ਪੀਰ ਨੂੰ ਕਹਿ ਦਿੱਤਾ ਸੀ, ਦੇਖ ਇਸ ਸ਼ਹਿਰ ਦੇ ਵਿੱਚ ਤੇ ਏਡੇ ਸਿਆਣੇ ਲੋਕ ਵੱਸਦੇ ਆ, ਤੂੰ ਇਹਨਾਂ ਨੂੰ ਮਾਰਨ ਦੀਆਂ ਗੱਲਾਂ ਕਰਦਾ। ਜ਼ਿੰਦਗੀ ਦਾ ਇੱਕ ਸੱਚਾਈ ਹੈ ਇਹ ਕਿ ਜੋ ਜਨਮਿਆ ਹੈ, ਜੋ ਪੈਦਾ ਹੋਇਆ, ਜੋ ਉਪਜਿਆ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ, ਉਹਦਾ ਸਮਾਂ ਨੀਅਤ ਪਤਾ ਨਹੀਂ ਸਾਨੂੰ, ਪਰ ਉਹ ਸਮਾਂ ਨੀਅਤ ਹੈ। ਫਰੀਦਾ ਜਿੱਤ ਦਿਹਾੜੇ ਧਨ ਭਰੀ, ਸਾਹੇ ਲੈ ਲਖਾਏ, ਮਲਕ ਜੀ ਕੰਨੀ ਸੁਣੀਂਦਾ ਮੂੰਹ ਵਿਖਾਲੇ ਆਏ, ਜਿੰਦ ਨਵਾਣੀ ਕੱਢੀਏ ਹੱਡਾਂ ਕੂਕੜਕਾਏ। ਵੀ ਉਹ ਜਦੋਂ ਉਹਦਾ ਜਨਮ ਹੁੰਦਾ ਹੈ, ਉਦੋਂ ਹੀ ਉਹਦਾ ਜਿਹੜਾ ਦਿਨ ਆ ਉਹ ਨੀਅਤ ਹੋ ਜਾਂਦਾ ਹੈ। ਅਸੀਂ ਆਮ ਸ਼ਬਦ ਵਰਤਦੇ ਨਾ ਵੀ ਜਿਹਨੇ ਵਾਹਿਗੁਰੂ ਨੇ ਸਵਾਸ ਦਿੱਤੇ ਸੀ, ਉਹ ਸਵਾਸ ਭੋਗ ਕੇ ਇਹ ਚਲਾਣਾ ਕਰ ਗਿਆ। ਮੌਤ ਜ਼ਿੰਦਗੀ ਦਾ ਇੱਕ ਸੱਚਾਈ ਹੈ, ਸੱਚ ਹੈ, ਤੇ ਨਾਲ ਹੀ ਗੁਰਮਤਿ ਦਾ ਇਹ ਸਿਧਾਂਤ ਹੈ ਕਿ ਮੌਤ ਸਿਰਫ ਸਰੀਰ ਦੀ ਹੈ, ਆਤਮਾ ਦੀ ਨਹੀਂ। ਸਿੱਖ ਦੀ ਆਤਮਾ ਨਹੀਂ ਮਰਦੀ। ਆਤਮਾ ਜਿਹੜੀ ਹੈ ਸਰੀਰ ਦੇ ਖਤਮ ਹੋ ਜਾਣ ਤੋਂ ਬਾਅਦ ਵੀ ਜਿਉਂਦੀ ਰਹਿੰਦੀ ਹੈ। ਜਦੋਂ ਗੁਰਬਾਣੀ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ, ਕੌਣ ਮੁਆ ਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ, ਇਹ ਤੋਂ ਚਲਤ ਪਿਆ। ਜਿਹੜੇ ਸਿਆਣੇ ਲੋਕ ਸੀ ਉਹਨਾਂ ਨੇ ਬੈਠ ਕੇ ਵਿਚਾਰ ਕੀਤੀ, ਜਿਹੜੇ ਰੋਣ ਵਾਲੇ ਲੋਕ ਸੀ ਉਹ ਰੋਂਦੇ ਵੀ ਰਹੇ, ਪਰ ਉਹਨਾਂ ਨੂੰ ਇਹ ਸਮਝ ਨਹੀਂ ਲੱਗੀ ਕਿ ਜਿਹੜੇ ਰੋਣ ਵਾਲੇ ਨੇ ਉਹਨਾਂ ਦਾ ਆਸਰਾ ਕਾਹਦੇ ਉੱਤੇ ਹੈ। ਉਹ ਜਿਹੜੀ ਮਿੱਟੀ ਸੀ ਉਹ ਮਿੱਟੀ ਦੇ ਵਿੱਚ ਰਲ ਗਈ, ਜਿਹੜੀ ਜੋਤ ਸੀ ਉਹਦੀ ਉਹ ਜੋਤ ਦੇ ਵਿੱਚ ਜਾ ਕੇ ਰਲ ਗਈ। ਜਿਹੜੇ ਸਿਆਣੇ ਲੋਕ ਸੀ ਉਹਨਾਂ ਨੇ ਵਿਚਾਰ ਕੇ ਜਦੋਂ ਦੱਸਿਆ ਵੀ ਨਹੀਂ ਇਹ ਮਰਿਆ ਨਹੀਂ, ਇਹ ਤੋਂ ਚਲਤ ਪਾਇਆ, ਇਹ ਆਪਣੇ ਸਰੀਰ ਦਾ ਸਫ਼ਰ ਖਤਮ ਕਰਕੇ ਅਗਲੇ ਸਫ਼ਰ ਦੇ ਉੱਤੇ ਨਿਕਲ ਗਿਆ। ਇਸੇ ਕਰਕੇ ਗੁਰਬਾਣੀ ਨੇ ਵਾਰ-ਵਾਰ ਸਾਨੂੰ ਆਖੀ ਇਹ ਗੱਲ ਇਹ ਭਈ ਜ਼ਿੰਦਗੀ ਜਿਹੜੀ ਅਸੀਂ ਜਿਉਣੀ ਹੈ ਉਹ ਇਸ ਤਰੀਕੇ ਨਾਲ ਜਿਉਣੀ ਹੈ ਕਿ ਸਾਡੇ ਸਰੀਰ ਦੇ ਮਰ ਜਾਣ ਤੋਂ ਬਾਅਦ ਵੀ ਸਾਡੇ ਜਿਹੜੇ ਕੀਤੇ ਹੋਏ ਕੰਮ ਹੈ ਉਹ ਸਾਡੇ ਨਾਲ ਰਹਿਣੇ ਆ। ਉਹ ਚਾਹੇ ਧਰਮ ਰਾਜ ਦੇ ਰੂਪ ਦੇ ਵਿੱਚ ਹੈ, ਚਾਹੇ ਸਾਡੇ ਸਬਕੌਨਸ਼ੀਅਸ ਮਾਈਂਡ ਦੇ ਰੂਪ ਦੇ ਵਿੱਚ ਹੈ, ਜਿਹੜਾ ਮਰਜ਼ੀ ਰੂਪ ਦੇ ਵਿੱਚ, ਜਿਸ ਵੀ ਰੂਪ ਦੇ ਵਿੱਚ ਹੈਗੇ ਨੇ, ਪਰ ਉਹ ਸਾਡੇ ਨਾਲ ਰਹਿਣੇ ਆ। ਜਿੰਨਾ ਮਰਜ਼ੀ ਕੋਈ ਜ਼ੋਰ ਲਾ ਰਿਹਾ, ਜਾਲ ਬਦੇ ਸਭ ਖੀ ਮਿਰਤ ਕੇ, ਕੋ ਰਾਮ ਰਸੂਲ ਨਾ ਬਾਚਨ ਪਾਵੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਸਵਈਆਂ 'ਚ ਕਹਿੰਦੇ ਨੇ ਵੀ ਹਰ ਕੋਈ ਮੌਤ ਦੇ ਜਾਲ ਦੇ ਵਿੱਚ ਬੱਧਾ ਹੋਇਆ ਹੈ, ਚਾਹੇ ਕੋਈ ਪੀਰ ਫਕੀਰ ਵੀ ਹੈ, ਰਾਮ ਰਸੂਲ ਵੀ ਹੈ ਕੋਈ, ਉਹ ਵੀ ਇਸ ਸਰੀਰਕ ਮੌਤ ਤੋਂ ਬਚਦਾ ਨਹੀਂ। ਉਹਨੂੰ ਇਸ ਸਰੀਰ ਮੌਤ ਜਿਹੜੀ ਹੈ ਖਤਮ, ਜਿਹੜਾ ਸਰੀਰ ਪੈਦਾ ਹੋਇਆ ਨਾ ਡਾਕਟਰ ਸਾਹਿਬ, ਉਸ ਸਰੀਰ ਨੇ ਆਪਣਾ ਸਫ਼ਰ ਤੈਅ ਕਰਦਿਆਂ ਉਹ ਜਿਹੜਾ ਕੱਪੜਾ ਹੈ, ਚੋਲਾ ਜਿਹੜਾ, ਉਹਨੇ ਥੱਕ ਜਾਣਾ ਤੇ ਆਤਮਾ ਨੇ ਅੱਗੇ ਚਲੇ ਜਾਣਾ ਤੇ ਸਰੀਰ ਨੇ ਉੱਥੇ ਖਤਮ ਹੋ ਜਾਣਾ। ਤੇ ਮੌਤ ਕੋਈ ਡਰਨ ਵਾਲੀ ਚੀਜ਼ ਨਹੀਂ ਹੈ। ਸਾਨੂੰ ਬਹੁਤ, ਅਸੀਂ ਆਮ ਗੱਲ ਕਰਦੇ ਹਾਂ ਕਿ ਮੌਤ ਤੋਂ ਬੜਾ ਡਰ ਲੱਗਦਾ ਜੀ। ਕਹਿੰਦੇ ਕਿਉਂ ਡਰਦੇ ਹੋ ਜੀ? ਮਰਨ ਤੋਂ ਬੜਾ ਡਰ ਲੱਗਦਾ ਜੀ। ਦਰਅਸਲ ਇਹ ਤਾਂ ਸਫ਼ਰ ਦਾ ਇੱਕ ਪੜਾਅ ਹੈ। ਜਿਵੇਂ ਅਸੀਂ ਸਫ਼ਰ ਕਰਕੇ ਆਉਂਦੇ ਹਾਂ, ਫਿਰ ਅਗਲੇ ਸਫ਼ਰ ਦੀ ਤਿਆਰੀ ਹੋ ਜਾਂਦੀ ਹੈ। ਬਸ ਇਸੇ ਤਰ੍ਹਾਂ ਇਸ ਸਰੀਰ ਦੇ ਖਤਮ ਹੋਣ ਤੋਂ ਬਾਅਦ ਅਗਲਾ ਸਰੀਰ ਧਾਰਨ ਕਰਨ ਦੀ ਜਿਹੜੀ ਪ੍ਰਕਿਰਿਆ ਹੈ, ਜਾਂ ਉਸ ਜੋਤ ਦਾ, ਸਾਡੀ ਆਤਮਾ ਦਾ,
ਉਸ ਪਰਮਾਤਮਾ ਦੇ ਨਾਲ ਮਿਲ ਜਾਣ ਵਾਲਾ ਜਿਹੜਾ ਪ੍ਰੋਸੈਸ ਹੈ ਉਹਦਾ ਸ਼ੁਰੂ ਕਰਨ ਦੀ ਉਹ ਗੁਰੂ ਦੀਆਂ ਗੁਰੂ ਜਾਣੇ। ਪਰ ਇਹ ਜਿਹੜਾ ਇੱਕ ਪੜਾਅ ਹੈ ਔਰ ਚੱਲਦੇ ਰਹਿਣ ਦੇ ਵਿੱਚ ਹੀ ਇਹ ਜਿਹੜੇ ਜ਼ਿੰਦਗੀ ਦਾ ਇੱਕ ਮੌਤ ਹੈ ਉਹਦਾ ਇੱਕ ਹਿੱਸਾ ਹੈ, ਮੌਤ ਬਣਦੀ ਹੈ। ਸੋ ਸਿੱਖਾਂ ਵਾਸਤੇ ਖਾਸ ਕਰਕੇ ਹਾਂਜੀ, ਸਾਡੇ ਵਾਸਤੇ ਗੁਰੂ ਸਾਹਿਬ ਜੀ ਪੂਰਨੇ ਪਾ ਗਏ ਨੇ ਕਿ ਸਰੀਰਕ ਮੌਤ ਮੌਤ ਨਹੀਂ, ਆਤਮਾ ਜਿਹੜੀ ਸਦਾ ਅਮਰ ਹੈ। ਅਤੇ ਜਿਨ੍ਹਾਂ ਨੇ ਸਮਝ ਲਿਆ ਉਹਨਾਂ ਅੱਗੇ ਜੇ ਤੱਤੇ ਕੜਾਏ ਆ ਗਏ ਹਾਂ, ਤੇ ਉਹਨਾਂ ਵਿੱਚ ਬੈਠ ਕੇ ਇਹ ਨਹੀਂ ਰੌਲਾ ਪਾਇਆ ਕਿ ਸਰੀਰ ਸੜਦਾ ਹੈ। ਜੇ ਬੰਦ ਕੱਟਣ ਲੱਗੇ ਨੇ ਤੇ ਬੰਦ ਗੜਾਸਾ ਗੁੱਟ ਤੇ ਮਾਰਦਾ ਹੈ ਤੇ ਭਾਈ ਮਨੀ ਸਿੰਘ ਜੀ ਥੱਪੜ ਮਾਰਦੇ ਨੇ, ਉਹ ਮੇਰਾ ਬੰਦ ਆ ਹੈ। ਉਹਨਾਂ ਵਾਸਤੇ ਮੌਤ ਖਿਲਾਉਣਾ ਹੈ। ਪਰ ਖਿਲਾਉਣਾ ਕਦੋਂ ਹੁੰਦਾ ਹੈ? ਜਦੋਂ ਅਸੀਂ ਸਮਝ ਆਈਏ ਕਿ ਇਹ ਸਰੀਰ ਇਹ ਪੰਜਾਂ ਤੱਤਾਂ ਦਾ, ਇਹਨੇ ਮਿਟ ਜਾਣਾ ਹੈ। ਅਤੇ ਇਹ ਪੜਾਅ ਸੀ ਉਸ ਵਾਹਿਗੁਰੂ ਨੇ, ਸਤਿਗੁਰੂ ਨੇ ਦਿੱਤਾ ਸਾਨੂੰ ਧਰਮ ਕਮਾਉਣ ਵਾਸਤੇ, ਅਤੇ ਮੰਜ਼ਿਲ ਮੇਰੀ ਹੋਰ ਹੈ। ਉਸ ਮੰਜ਼ਿਲ ਤੱਕ ਪਹੁੰਚਣ ਲਈ ਅਗਾਂਹ ਸਫ਼ਰ 'ਤੇ ਤੁਰ ਜਾਂਦੇ ਨੇ। ਅਤੇ ਭਾਈ ਸਾਹਿਬ ਜੀ ਥੋੜ੍ਹਾ ਜਿਹਾ ਆਪਾਂ ਕਿਉਂਕਿ ਸੰਸਕਾਰਾਂ ਦੀ ਗੱਲ ਕਰ ਰਹੇ ਹਾਂ, ਸਿੱਖਾਂ ਵਾਸਤੇ, ਸਾਡੇ ਵਾਸਤੇ ਗੁਰੂ ਸਾਹਿਬ ਨੇ ਸੰਸਕਾਰ ਦੱਸ ਦਿੱਤੇ ਨੇ ਕਿ ਤੂੰ ਇੱਦਾਂ ਕਰਨਾ, ਆਹ ਕਰਨਾ, ਆਹ ਕਰਨਾ। ਪਰ ਅਸੀਂ ਫਿਰ ਵੀ ਦੂਸਰਿਆਂ ਵੱਲ ਦੇਖ ਕੇ ਜੋ ਰੀਤਾਂ ਉਹ ਕਰੀ ਜਾਂਦੇ, ਉਹ ਮੱਖੀ ਤੇ ਮੱਖੀ ਮਾਰੀ ਜਾਂਦੇ। ਭਾਵੇਂ ਕਿਤੇ ਤੁਸੀਂ ਵਿਚਾਰ ਕਰ ਲਓ, ਪਰ ਕਰਨਾ ਅਸੀਂ ਉਹੀ ਆ। ਇਹ ਕੀ ਸਾਡੇ ਸੰਸਕਾਰਾਂ ਵਿੱਚ ਕੀ ਜਿੱਥੋਂ ਆਏ ਆ ਜਾਂ ਕੀ ਹੋਇਆ, ਕਿਉਂ ਆ? ਦਰਅਸਲ ਡਾਕਟਰ ਸਾਹਿਬ, ਗੁਰੂ ਸਾਹਿਬ ਨੇ ਸਾਨੂੰ ਇਹਨਾਂ ਬਾਰੇ ਬਿਲਕੁਲ ਸਪਸ਼ਟ ਕੀਤਾ ਹੈ। ਜਦੋਂ ਇਸ ਦੇਸ਼ ਦੀ ਆਪਾਂ ਗੱਲ ਕਰੀਏ, ਪਹਿਲਾਂ ਜਦੋਂ ਪੁਰਾਣੀ ਚੜ੍ਹਾਈ ਕਰਦਾ ਹੈ, ਉਸ ਤੋਂ ਕੁਝ ਦਿਨ ਬਾਅਦ ਨਿਯਤ ਸਮੇਂ ਦੇ ਉੱਤੇ ਉਹਦਾ ਜਿਹੜਾ ਫਿਊਨਲ ਹੋ ਜਾਂਦਾ ਕ੍ਰੇਮਾਟੋਰੀਅਮ ਦੇ ਵਿੱਚ ਲਿਜਾ ਕੇ, ਵਾਪਸ ਗੁਰਦੁਆਰਾ ਸਾਹਿਬ ਆ ਕੇ ਸਹਿਜ ਪਾਠ ਦਾ ਭੋਗ ਪਾ ਕੇ ਤੇ ਅਸੀਂ ਰਾਮਕਲੀ ਰਾਗ ਦੇ ਵਿੱਚ ਸਦ ਬਾਣੀ ਦਾ ਪਾਠ ਕਰਦੇ ਹਾਂ, ਅਲੋਣੀਆਂ ਦਾ ਪਾਠ ਕਰਦੇ ਹਾਂ, ਸਦ ਦਾ ਪਾਠ ਕਰਦੇ ਹਾਂ। ਸਦ ਦੇ ਵਿੱਚ ਸਦ ਬਾਣੀ ਹੈ ਜਿਹੜੀ ਰਾਮਕਲੀ ਰਾਗ ਦੇ ਵਿੱਚ ਉਚਾਰਨ ਕੀਤੀ ਬਾਣੀ ਦਾ ਨਾਂ ਸਦ ਹੈ, ਜਿਹਦਾ ਅਰਥ ਹੈ ਸੱਦਾ। ਉਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਕਵਿਤਾ ਦੇ ਵਿੱਚ ਇਹ ਪਰੋਈ ਹੈਗੀ ਆ। ਬਾਬਾ ਸੁੰਦਰ ਜੀ ਨੇ ਜਿਹੜੇ ਧੰਨ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਰੀ ਜੀ, ਉਹਨਾਂ ਦੇ ਪੁੱਤਰ ਬਾਬਾ ਆਨੰਦ ਜੀ, ਤੇ ਉਹਨਾਂ ਦੇ ਗਾਂ ਪੁੱਤਰ ਨੇ ਬਾਬਾ ਸੁੰਦਰ ਜੀ, ਪੜਪੋਤੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ। ਉਹ ਜਿਹੜੀ ਘਟਨਾ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਵਾਪਰੀ, ਉਹਦਾ ਜ਼ਿਕਰ ਉਹਨਾਂ ਨੇ ਇਸ ਸਦ ਬਾਣੀ ਦੀਆਂ 6 ਪੌੜੀਆਂ ਦੇ ਵਿੱਚ ਕੀਤਾ ਹੈ। ਇਹਦੇ ਵਿੱਚ ਜੋ ਗੁਰੂ ਸਾਹਿਬ ਨੇ ਉਸ ਵੇਲੇ ਉਪਦੇਸ਼ ਦਿੱਤਾ ਉਹਦਾ ਵੀ ਜ਼ਿਕਰ ਹੈ, ਤੇ ਜੋ ਗੁਰੂ ਸਾਹਿਬ ਨੇ ਉਸ ਵੇਲੇ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਤਿਹਾਸਕ ਵਰਤਾਰਾ ਵਰਤਿਆ, ਆਪਣੇ ਤੋਂ ਬਾਅਦ ਗੁਰਗੱਦੀ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਜੇਠਾ ਜੀ ਨੂੰ, ਧੰਨ ਗੁਰੂ ਰਾਮਦਾਸ ਜੀ ਨੂੰ ਸੌਂਪਣ ਦਾ ਜ਼ਿਕਰ ਜਿਹੜਾ ਉਹ ਵੀ ਆਉਂਦਾ, ਇਹਦੇ ਵਿੱਚ ਇਤਿਹਾਸਕ ਹਵਾਲਾ ਵੀ ਹੈ। ਹੁਣ ਗੁਰੂ ਸਾਹਿਬ ਨੇ ਸਾਨੂੰ ਇਹ ਬਿਲਕੁਲ ਸਪਸ਼ਟ ਕੀਤਾ ਕਿ ਸਿੱਖ ਨੇ ਇਸ ਵੇਲੇ ਕੀ ਕਰਨਾ ਹੈ, ਮਰਨ ਸਮੇਂ ਕੀ ਕਰਨਾ ਹੈ। ਕਈ ਵਾਰੀ ਇੱਦਾਂ ਹੁੰਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਸਾਰੀਆਂ ਬਾਣੀਆਂ, ਬਹੁਤ ਸਾਰੇ ਸ਼ਬਦ ਵੱਖ-ਵੱਖ ਸਮੇਂ ਦੇ ਪਰਥਾਏ ਮਹਾਰਾਜ ਨੇ ਦਰਜ ਕੀਤੇ ਨੇ ਸਾਡੀ ਅਗਵਾਈ ਕਰਨ ਵਾਸਤੇ। ਜੀ, ਆਮ ਸਿੱਖ ਨੂੰ ਸਾਰਾ ਕੁਝ ਨਹੀਂ ਪਤਾ ਹੁੰਦਾ, ਤੇ ਇਸੇ ਕਰਕੇ ਪੰਥ ਨੇ ਇੱਕ ਮਰਿਆਦਾ ਨਿਯਤ ਕਰ ਦਿੱਤੀ। ਉਸ ਮਰਿਆਦਾ ਦੇ ਵਿੱਚ ਬਿਲਕੁਲ ਸਪਸ਼ਟ ਤੇ ਸੌਖੇ ਸ਼ਬਦਾਂ ਦੇ ਵਿੱਚ ਅੰਕਿਤ ਕਰ ਦਿੱਤਾ ਹੈ ਕਿ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਤੇ ਉਸ ਵੇਲੇ ਕੀ ਕਰਨਾ ਹੈ। ਪਰ ਉਸ ਦੇ ਬਾਵਜੂਦ ਵੀ, ਕਿਉਂਕਿ ਅਸੀਂ ਪੰਜਾਬ ਦੇ ਵਿੱਚੋਂ ਆਏ ਹਾਂ ਜਿੱਥੇ ਸਾਡੇ ਆਸ-ਪਾਸ ਬਹੁਤ ਗਿਣਤੀ ਜਿਹੜਾ ਪ੍ਰਭਾਵ ਸੀਗਾ ਉਹ ਬ੍ਰਾਹਮਣਵਾਦ ਦਾ ਤੇ ਬ੍ਰਾਹਮਣੀ ਰਸਮਾਂ ਰੀਤਾਂ ਦਾ ਹੈਗਾ ਸੀਗਾ। ਪੁਨਰ ਜਾਗਰਤੀ ਤੋਂ ਪਹਿਲਾਂ ਜਦੋਂ ਧੰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੀ ਦੇਵੀ ਦੇਵਤਿਆਂ ਦੇ ਬੁੱਤ ਰੱਖ ਕੇ ਪੂਜੇ ਜਾਂਦੇ ਆ, ਹੋਰ ਬਹੁਤ ਸਾਰੀਆਂ ਬ੍ਰਾਹਮਣੀ ਰਵਾਇਤਾਂ ਸਾਡੇ ਸਮਾਜ ਦੇ ਵਿੱਚ ਆ ਗਈਆਂ ਸੀ। ਉਦੋਂ ਤੋਂ ਹੀ ਇਹ ਗੱਲਾਂ ਦੇਖੋ ਦੇਖੀ ਚਲੀਆਂ ਆਉਂਦੀਆਂ। ਦੂਸਰੀ ਗੱਲ, ਉਹ ਜਿਹੜਾ ਛਾਤਰ ਪੁਜਾਰੀ ਕਿਸਮ ਦਾ ਮਨੁੱਖ ਸੀਗਾ, ਕਿਉਂਕਿ ਉਹਦੀ ਰੋਜ਼ੀ ਰੋਟੀ ਜੁੜੀ ਹੋਈ ਸੀ ਇਹਦੇ ਨਾਲ, ਉਹਨੇ ਹਰ ਸਮੇਂ ਨੂੰ, ਜੇ ਬੱਚਾ ਜਨਮ ਲਿਆ ਤੇ ਉਸ ਵੇਲੇ ਮੰਤਰ ਪੜ੍ਹਨ ਦੇ ਉਹਨੇ ਪੈਸੇ ਲੈ ਲਏ, ਵਿਆਹ ਕਰਨਾ ਹੈ ਤੇ ਉਹਦੇ ਪੈਸੇ ਲੈ ਲਏ। ਬੇਸ਼ੱਕ ਗੁਰਬਾਣੀ ਨੇ ਤਾਂ ਕਹਿ ਦਿੱਤਾ ਨਾ ਵੀ ਤ੍ਰਿਗਤਨਾ ਕਾ ਜੀਵਿਆ ਜੋ ਲਿਖ ਲਿਖ ਵੇਚੇ ਨਾਉ, ਖੇਤੀ ਜਿਨ ਕੀ ਉਜੜੀ ਖਲਵਾੜੇ ਕਿਆ ਥਾਉ।
ਵੀ ਜਿਹੜੇ ਲੋਕ ਇਸ ਤਰੀਕੇ ਪੂਜਾ ਦਾ ਧਾਨ ਇਸ ਤਰੀਕੇ ਦਾ ਖਾਂਦੇ ਆ ਤੇ ਉਹਨਾਂ ਦੇ ਆਪਣੇ ਪੱਲੇ ਕੁਛ ਨਹੀਂ ਹੁੰਦਾ ਹੈ। ਪਰ ਫਿਰ ਵੀ ਕਿਉਂਕਿ ਉਹਦਾ ਰੋਜ਼ੀ ਰੋਟੀ ਨਾਲ ਜੁੜੀ ਹੋਈ ਸੀ, ਉਹਨੇ ਕਈ ਇਸ ਕਿਸਮ ਦੇ ਵਹਿਮ ਪਾ ਲਏ। ਤੇ ਬਹੁਤੇ ਜਿਹੜੇ ਆ ਜਜ਼ਬਾਤੀ ਤੌਰ ਤੇ ਮਨੁੱਖ ਜਦੋਂ ਘਰ ਦੇ ਵਿੱਚ ਕੋਈ ਜੀ ਚੜ੍ਹਾਈ ਕਰ ਜਾਂਦਾ ਨਾ, ਉਦੋਂ ਇੱਕ ਵੈਰਾਗ ਦਾ, ਇੱਕ ਉਦਾਸੀ ਦਾ, ਇੱਕ ਵਿਛੋੜੇ ਦਾ ਸਮਾਂ ਹੁੰਦਾ ਤੇ ਉਸ ਵੇਲੇ ਉਹਦਾ ਬੜਾ ਸੂਤ ਆਉਂਦਾ ਹੈ। ਉਹ ਫਿਰ ਬੜੇ ਉਹਨੇ ਵਹਿਮ ਭਰਮ ਪਾਏ, ਇਹਦੇ ਮਰਨ ਤੋਂ ਬਾਅਦ ਦੇਣ ਵਾਸਤੇ ਇਹਨੂੰ ਆਹ ਚਾਹੀਦਾ, ਉਹਨੂੰ ਆਹ ਚਾਹੀਦਾ, ਉਹਨੂੰ ਆਹ ਚਾਹੀਦਾ, ਉਹਨੂੰ ਆਹ ਚਾਹੀਦਾ। ਤੇ ਉਹਦੇ ਨਾਂ ਦੇ ਉੱਤੇ ਉਹਨੇ ਉਹਨਾਂ ਸਧਾਰਨ ਲੋਕਾਂ ਕੋਲੋਂ ਆਪਣੇ ਜਿਹੜੇ ਜਜ਼ਮਾਨ ਆ ਉਹਨਾਂ ਨੂੰ ਸਮਾਨ ਲੈਣ ਵਾਸਤੇ ਕਈ ਕਿਸਮ ਦੀਆਂ ਇਹੋ ਜਿਹੀਆਂ ਗੱਲਾਂ ਬਣਾਈਆਂ। ਤੇ ਗੁਰੂ ਸਾਹਿਬ ਨੇ ਸਾਨੂੰ ਉਹ ਤੋਂ ਬਿਲਕੁਲ ਨਿਆਰਾ ਰੂਪ ਦੇ ਕੇ ਇੱਕ ਵੱਖਰਾ ਕਰਤਾ ਕਿ ਨਹੀਂ, ਤੁਹਾਨੂੰ ਇਸ ਗੱਲ ਦੀ ਲੋੜ ਨਹੀਂ ਹੈ। ਹੁਣ ਜਦੋਂ ਬ੍ਰਾਹਮਣ ਇਹ ਗੱਲ ਕਰਦਾ ਨਾ ਵੀ ਮੈਨੂੰ ਆਹ ਚਾਹੀਦਾ, ਹੁਣ ਤੁਹਾਡੇ ਨੇ ਆਹ ਕਦੇ ਸਰਾਧ ਬਣਾ ਲਿਆ, ਕਦੇ 13ਵਾਂ ਬਣਾ ਲਿਆ, ਕਦੇ ਬਰੀਣਾ ਬਣਾ ਲਿਆ, ਕਦੇ ਕੁਝ ਬਣਾ ਲਿਆ, ਕਦੇ ਕੁਝ ਬਣਾ ਲਿਆ, ਉਹ ਸਾਰੇ ਬਣਾਏ ਹੋਏ ਤੇ ਮਤਲਬ ਇਸ ਤਰੀਕੇ ਦੇ ਦਿਹਾੜ ਸੀ ਉਹਨਾਂ ਦੇ। ਬੰਜਾਰਾ ਬੇਦੀ ਨਾਂ ਦੇ ਉੱਤੇ ਇੱਕ ਸਰਦਾਰ ਜੀ ਦਿੱਲੀ ਤੇ ਸੀ ਚੜ੍ਹਾਈ ਕਰ ਗਿਆ, ਭਾਈ ਮਨੋਹਰ ਸਿੰਘ ਜੀ ਮਾਰਕੋ। ਉਹਨਾਂ ਨੇ ਇੱਕ ਬਹੁਤ ਖੂਬਸੂਰਤ ਉਦਾਹਰਣ ਦਿੱਤੀ ਭਈ ਇੱਕ ਪਿੰਡ ਦੇ ਵਿੱਚ ਬ੍ਰਾਹਮਣ ਸੀਗਾ ਤੇ ਉਹ ਜੀ ਘਰੇ ਉਹਦਾ ਵੀ ਜੱਟ ਦੇ ਤਾਜੀ ਗਾਂ ਸੂਈ ਹੈ, ਵੀ ਉਹਦਾ ਮੈਂ ਦੁੱਧ ਪੀਣਾ ਹੈ ਜੀ। ਉਹ ਜਾ ਕੇ ਕਹਿੰਦਾ ਉਹਨੂੰ ਵੀ ਤੇਰਾ ਪਿਓ ਅੱਜ ਸੁਪਨੇ 'ਚ ਆਇਆ ਸੀਗਾ ਤੇ ਉਹਨੂੰ ਉੱਥੇ ਨਾ ਦੁੱਧ ਦੀ ਬੜੀ ਲੋੜ ਹੈ। ਤੇ ਉਹ ਕਹਿੰਦਾ ਫਿਰ ਮੈਂ ਕਿੱਦਾਂ ਕਰਾਂ? ਉਹ ਕਹਿੰਦਾ ਜੀ ਗਾਂ ਹੈ, ਮੈਨੂੰ ਦੇ ਦੇ, ਤੂੰ ਮੇਰਾ ਦੁੱਧ ਪੀਤਾ ਉਹਨੂੰ ਪਹੁੰਚ ਜਾਊਗਾ। ਕਦੇ ਉਹਨੇ ਕਹਿਣਾ ਵੀ ਅੱਜ ਤੇਰੇ ਪਿਓ ਨੂੰ ਠੰਡ ਲੱਗਦੀ ਹੈ, ਮੈਨੂੰ ਕੋਈ ਰਜਾਈ ਚਾਹੀਦੀ ਹੈ, ਕਦੇ ਕੁਛ ਉਹਨੇ ਹਿੱਸਾ ਹੀ ਮੰਗੀ ਜਾਣਾ। ਉਹ ਜੱਟ ਵਿਚਾਰਾ ਤੰਗ ਹੋ ਗਿਆ ਇਸ ਗੱਲੋਂ ਤੋਂ, ਕਿਸੇ ਸਿਆਣੇ ਨੂੰ ਪੁੱਛਦਾ ਤੇ ਉਹਨੇ ਉਹਦੇ ਕੰਨ 'ਚ ਦੱਸਿਆ ਉਹਨੂੰ ਤਰੀਕਾ ਵੀ ਪੰਡਤ ਨੂੰ ਕਹਿ, ਤੇ ਉਹ ਆਪਣੇ ਮੋਢੇ ਤੇ ਗੜਾਸਾ ਤਿੱਖਾ ਕਰਕੇ ਮੋਢੇ ਤੇ ਰੱਖ ਕੇ ਤੇ ਪੰਡਤ ਦੇ ਘਰ ਚਲ ਗਿਆ। ਪੰਡਤ ਜੀ ਬਾਹਰ ਨਿਕਲੋ ਫਟਾਫਟ। ਕਹਿੰਦਾ ਕੀ ਹੋਇਆ? ਕਹਿੰਦਾ ਬਾਪੂ ਆਇਆ ਸੀ ਸੁਪਨੇ 'ਚ ਮੇਰੇ ਤੇ ਉਹਦੇ ਨਾ ਸੱਜੀ ਲੱਤ ਦੇ ਵਿੱਚ ਰੀਹ ਹੋ ਗਈ ਆ ਤੇ ਡਾਕਟਰਾਂ ਨੇ ਕਿਹਾ ਹੈਗਾ ਵੀ ਇਹਦਾ ਇਲਾਜ ਨਹੀਂ ਹੋ ਸਕਦਾ, ਉਹ ਲੱਤ ਕੱਟਣੀ ਪੈਣੀ ਆ, ਨਹੀਂ ਤਾਂ ਸਾਰੀ ਜ਼ਹਿਰ ਸਰੀਰ 'ਚ ਫੈਲ ਜਾਣੀ ਆ। ਤੇ ਮੈਂ ਪੁੱਛਿਆ ਬਾਪੂ ਨੂੰ ਵੀ ਤੇਰੀ ਲੱਤ ਕਿੱਦਾਂ ਕੱਟੀਏ, ਆਪਰੇਸ਼ਨ ਕਿੱਦਾਂ ਕਰੀਏ? ਤੇ ਉਹ ਕਹਿਣ ਲੱਗਾ ਪੰਡਤ ਦੀ ਲੱਤ ਕੱਟ ਦਿਓ, ਮੇਰੀ ਲੱਤ ਵੀ ਕੱਟੀ ਜਾਊਗੀ। ਤੇ ਪੰਡਤ ਕਹਿੰਦਾ ਨਹੀਂ, ਇਵੇਂ ਨਹੀਂ ਹੋ ਸਕਦਾ ਹੁੰਦਾ। ਉਹ ਕਹਿੰਦਾ ਮਹਾਰਾਜ ਜੀ, ਜੇ ਤੁਹਾਨੂੰ ਦਿੱਤੀ ਗਾਂ ਦਾ ਦੁੱਧ, ਤੇਰਾ ਦੁੱਧ ਪੀਤਾ ਉਹਨੂੰ ਪਹੁੰਚ ਸਕਦਾ ਹੈ, ਤੇਰੇ ਰਜਾਈ ਦੇ ਵਿੱਚ ਸੌਣ ਦੇ ਨਾਲ ਉਹਨੂੰ, ਮੇਰੇ ਪਿਓ ਨੂੰ ਨਿੱਘ ਆ ਸਕਦਾ ਹੈ, ਤੇ ਤੇਰੀ ਲੱਤ ਕੱਟਣਾ ਉਹਦਾ ਆਪਰੇਸ਼ਨ ਕਿਉਂ ਨਹੀਂ ਹੋ ਸਕਦਾ? ਮਤਲਬ ਉਹ ਭਾਈ ਮਨੋਹਰ ਸਿੰਘ ਮਾਰਕੋ ਹੋਰਾਂ ਨੇ ਨਾ ਇਸ ਤਰੀਕੇ ਦੀਆਂ ਤੰਜ਼ ਦੇ ਵਿੱਚ ਗੱਲਾਂ ਕਰਕੇ ਸਾਨੂੰ ਸੇਧ ਦੇਣ ਦੀ ਗੱਲ ਕੀਤੀ ਸੀਗੀ। ਇਹਦੇ ਕਰਕੇ ਬਹੁਤ ਕੁਝ ਗੱਲਾਂ ਅਸੀਂ ਐਸੀਆਂ ਆਪਣੇ 'ਚ ਪ੍ਰਚਲਿਤ ਕਰ ਲਈਆਂ ਜਿਹਦਾ ਸੰਬੰਧ ਖਾਲਸਾਈ ਰਵਾਇਤਾਂ ਦੇ ਨਾਲ ਨਹੀਂ ਹੈ, ਸਿੱਖ ਧਰਮ ਨਾਲ, ਗੁਰਮਤ ਨਾਲ ਨਹੀਂ ਹੈਗਾ। ਪਰ ਕਿਉਂਕਿ ਸਾਡੇ ਆਸ-ਪਾਸ ਇੱਦਾਂ ਹੁੰਦਾ ਸੀ ਤੇ ਅਸੀਂ ਬਹੁਤ ਸਾਰੀਆਂ ਗੱਲਾਂ ਇਹ ਅਡਾਪਟ ਕਰ ਲਈਆਂ। ਪਰ ਸਾਨੂੰ ਲੋੜ ਹੈ ਕਿ ਸਾਨੂੰ ਪਤਾ ਹੋਵੇ ਅਸੀਂ ਕੀ ਕਰਨਾ ਹੈ। ਤੇ ਭਾਈ ਸਾਹਿਬ, ਜਦੋਂ ਆਪਾਂ ਆਸਾਈਵਾਰ ਦੀ ਗੱਲ ਕਰਦੇ ਸੀ, ਹਾਂਜੀ, ਉਹਦੇ ਵਿੱਚ ਹੁਣ ਸਪਸ਼ਟ ਲਿਖਿਆ ਹੈ, ਜੇ ਮੁਹਾਕਾ ਕਰਮ ਹੈ, ਕਰਮ ਪਿਤਰੀ ਦੇ ਅੱਗੇ ਵਸ ਜਾਣੀਏ, ਪਿਤਰੀ ਚੋਰ ਕਰੇ, ਵੱਡੀ ਹੱਦ ਦਲਾਲ ਕੇ ਮੁਸਫੀਏ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕੱਲ। ਪਰ ਜੇ ਅਸੀਂ ਵਿਚਾਰਨਾ ਹੀ ਨਹੀਂ, ਹੁਣ ਗੁਰੂ ਸਾਹਿਬ ਸਭ ਕੁਝ ਦੱਸ ਗਏ, ਅਸੀਂ ਵਿਚਾਰਨਾ ਨਹੀਂ ਤੇ ਅਸੀਂ ਫੇਰ ਤਾਂ ਆਪਾਂ ਜਿਹੜੇ ਰਸਤੇ ਤੁਰੇ ਆ, ਹਾਂਜੀ, ਉਸ ਰਸਤੇ ਤੁਰੇ ਜਾਣਾ ਰੀਤਾਂ ਵਿੱਚ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਡਾਕਟਰ ਸਾਹਿਬ ਵੀ ਗੁਰਬਾਣੀ ਨੇ ਨਾ ਸਾਡੇ ਸਾਹਮਣੇ ਕਿਸੇ ਕਿਸਮ ਦਾ ਭੁਲੇਖਾ ਰਹਿਣ ਨਹੀਂ ਦਿੱਤਾ, ਬਿਲਕੁਲ ਸਪਸ਼ਟ ਕਰ ਦਿੱਤਾ ਹੈ। ਸਿੱਖ ਦਾ ਤਾਂ ਜੀਵਨ ਇੰਨਾ ਗੁਰੂ ਸਾਹਿਬ ਨੇ ਨਾ ਸੈਂਪਲ ਕਰ ਦਿੱਤਾ, ਸੈਂਪਲੀਫਾਈ ਕਰਦਾ, ਸਾਰੀਆਂ ਕੰਪਲੀਕੇਸ਼ਨਸ ਜਿੰਨੀਆਂ ਸੀ ਉਹਦੇ ਵਿੱਚ ਉਹ ਸਾਰੀਆਂ ਬਾਹਰ ਕੱਢ ਦਿੱਤੀਆਂ। ਪਰ ਅਸੀਂ ਫਿਰ ਵੀ ਕੁਛ ਅਗਿਆਨਤਾ, ਫਿਰ ਕੋਈ ਨਹੀਂ, ਚਲੋ ਯਾਰ ਕੋਈ ਨਹੀਂ, ਲੋਕੀ ਕੀ ਕਹਿਣਗੇ, ਨੱਕ ਨਹੀਂ ਰਹਿੰਦਾ, ਆ ਨਹੀਂ ਰਹਿੰਦਾ। ਬੇਸ਼ੱਕ ਗੁਰਬਾਣੀ ਤੇ ਕਹਿੰਦੇ ਨਾ ਵੀ ਨਾਨਕ ਦੁਨੀਆ ਦੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹਨੇ ਜਲੀਨ ਨਾਮ ਵਿਸਾਰਿਆ ਇੱਕ ਨਾ ਚਲੀਆਂ ਨਾਲ। ਪਰ ਫਿਰ ਵੀ ਅਸੀਂ ਦੇਖਾ ਦੇਖੀ ਇਹੋ ਜਿਹੀਆਂ ਬਹੁਤ ਕੁਛ ਗੱਲਾਂ ਕਰਦੇ ਹਾਂ। ਪਰ ਕਈ ਵਾਰੀ ਡਾਕਟਰ ਸਾਹਿਬ ਅਸੀਂ ਇੱਦਾਂ ਵੀ ਕਰਦੇ ਹਾਂ ਵੀ ਕੀ ਫਰਕ ਪੈਂਦਾ, ਚਲੋ ਹੋਊ, ਕਿਉਂਕਿ ਉਹ ਤਾਣਾ ਮਾਣਾ ਇਹੋ ਜਿਹਾ ਜਿਹਦੇ ਗੱਲ ਤੋਂ ਤੁਸੀਂ ਆਖੀ ਨੱਕ ਰੱਖਣ ਦੀ, ਹਾਂ, ਉਹਦੇ ਵਾਸਤੇ ਹੋਊ ਪਰ ਵੀ ਕਰਨਾ ਪੈਂਦਾ। ਫਿਰ ਲੋਕੀ ਕੀ ਕਹਿਣਗੇ ਜੇ ਮੈਂ ਇੱਦਾਂ ਕਰ ਦਿੱਤਾ। ਪਰ ਇਹ ਆਪਾਂ ਗੱਲ ਕਰ ਰਹੇ ਸੀ ਰਹਿਤ ਮਰਿਆਦਾ ਅਨੁਸਾਰ, ਜਿਹੜੇ ਹੁਣ ਆਪਾਂ ਇੱਥੇ ਇਸ ਮੁਲਕ ਵਿੱਚ ਆਪਾਂ ਜਿਹਦੀ ਵੀ ਗੱਲ ਕਰ ਲਈਏ, ਕੀ ਕੁਝ ਸਮਾਂ ਮਿਥਿਆ ਹੈ ਕਿ ਉਥੋਂ ਦਾ ਹੀ ਸੂਝ ਪਹਿਲੇ ਤਾਂ ਛੁਪਣ ਤੋਂ ਪਹਿਲਾਂ ਜੀ ਇਹਦਾ ਸੰਸਕਾਰ ਕਰਨਾ? ਨਹੀਂ, ਇਹਦੇ ਵਿੱਚ ਕੋਈ ਨਹੀਂ। ਇਹ ਐਕਚੁਅਲੀ ਉੱਥੇ ਦੀ ਸ਼ਾਇਦ ਇਸ ਤਰ੍ਹਾਂ ਦੀ ਜ਼ਰੂਰਤ ਸੀ ਵੀ ਜਦੋਂ ਚਿਖਾ ਜਲਦੀ ਹੈ ਤੇ ਉਹਦੇ ਕੋਲ ਬੈਠਣਾ ਹੁੰਦਾ ਹੈ ਤਾਂ ਕਿ ਕੋਈ ਆ ਕੇ ਕਿਸੇ ਕਿਸਮ ਦੀ ਡਿਸਟਰਬੈਂਸ ਨਾ ਹੋ ਜਾਏ, ਚਿਖਾ ਨੂੰ ਕੋਈ ਮੁਸ਼ਕਲ ਨਾ ਆ ਜਾਏ, ਅੱਗ ਬੁੱਝ ਨਾ ਜਾਏ। ਤੇ ਇਹ ਹੁੰਦਾ ਸੀਗਾ, ਇੱਦਾਂ ਹੁੰਦਾ ਹੋਣਾ ਵੀ ਦਿਨੇ ਹੋ ਜਾਵੇ ਲੋਏ ਤੇ ਚੰਗਾ ਹੈ, ਇਹ ਆਪਣੀ ਸਹੂਲਤ ਵਾਸਤੇ ਹੈ। ਪਰ ਇਹ ਕੋਈ ਇਹੋ ਜਿਹਾ ਵਹਿਮ ਭਰਮ ਨਹੀਂ ਹੈਗਾ। ਰਹਿਤ ਮਰਿਆਦਾ ਦੇ ਵਿੱਚ ਨਾ ਬੜਾ ਸਪਸ਼ਟ
ਲਿਖਿਆ ਇਹ ਸਪਸ਼ਟ ਕੀਤਾ ਇਹਦੇ ਬਾਰੇ ਬੜੀ ਸਿੰਪਲ ਹੈ। ਜੇ ਤੁਸੀਂ ਕਹੋ ਤਾਂ ਆਪਾਂ ਬਰੀਫਲੀ ਉਹਦੀ ਪਹਿਲਾਂ ਗੱਲ ਕਰ ਲਈਏ। ਜੀ ਜੀ। ਕਹਿੰਦੇ ਨੇ ਵੀ ਪ੍ਰਾਣੀ ਨੂੰ ਮਰਨ ਵੇਲੇ ਜੇ ਮੰਜੇ ਤੇ ਹੋਵੇ ਤਾਂ ਹੇਠਾਂ ਨਹੀਂ ਉਤਾਰਨਾ। ਕਿਉਂਕਿ ਰਵਾਇਤ ਚੱਲੀ ਆਉਂਦੀ ਸੀ ਨਾ ਅੱਗੇ, ਦੀਵਾ ਬੱਤੀ, ਗਊ ਮਨਸਾਉਣਾ ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ, ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ਵਾਹਿਗੁਰੂ ਵਾਹਿਗੁਰੂ ਕਰਨਾ। ਹਿੰਦੂ ਮਿਥੋਲੋਜੀ ਦੇ ਮੁਤਾਬਕ, ਉਹਨਾਂ ਦੇ ਵਿਸ਼ਵਾਸ ਦੇ ਮੁਤਾਬਕ, ਜਦੋਂ ਬੰਦਾ ਮਰ ਜਾਂਦਾ ਉਹਨੂੰ ਉਸੇ ਵੇਲੇ ਮੰਜੇ ਤੋਂ ਉਠਾ ਕੇ ਥੱਲੇ ਦਿੱਬ ਵਿਛਾ ਕੇ, ਘਾਹ ਘੂ ਜਾਂ ਵਿਛਾ ਕੇ ਉਹਦੇ ਉੱਤੇ ਨੂੰ ਲੰਮਾ ਪਾ ਦਿੱਤਾ ਜਾਂਦਾ ਹੈ ਤੇ ਨਾਲ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਹੁਣ ਜਿਹੜਾ ਇਹਦਾ ਅਗਲਾ ਸਫ਼ਰ ਹੈ ਉਹ ਬਹੁਤ ਹਨੇਰਾ ਹੈ ਤੇ ਉਹਦੇ ਹੱਥ ਦੇ ਉੱਤੇ ਇੱਕ ਦੀਵਾ ਘਿਓ ਦਾ ਬਾਲ ਕੇ ਰੱਖ ਦਿੱਤਾ ਜਾਂਦਾ ਸੀ ਤੇ ਉਹਦੇ ਨਾਲ ਹੱਥ ਤੇ ਦੀਵਾ ਰਖਵਾ ਕੇ ਗਾਂ ਮਨਸਾਉਣ ਵਾਲੀ ਜਿਹੜੀ ਗੱਲ ਆ, ਪੰਡਤ ਆ ਕੇ ਉਹਦੇ ਹੱਥੋਂ ਫਿਰ ਦਾਨ ਕਰਵਾਉਣ ਦੀਆਂ ਗੱਲਾਂ ਕਰਦਾ ਸੀ। ਇਹੋ ਜਿਹਾ ਕੁਝ ਨਹੀਂ ਕਰਨਾ, ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਜਾਂ ਗੁਰਬਾਣੀ ਦਾ ਪਾਠ ਕਰਨਾ। ਪ੍ਰਾਣੀ ਦੇ ਦੇਹ ਤਿਆਗਣ ਤੇ ਧਾ ਨਹੀਂ ਮਾਰਨੀ। ਨਹੀਂ, ਧਾ ਮਾਰਨੀ, ਇਹ ਮੈਂ ਦੱਸਦਾ ਧਾ ਕੀ ਹੁੰਦੀ ਆ। ਪਿੱਟਣਾ ਜਾਂ ਸਿਆਪਾ ਨਹੀਂ ਕਰਨਾ। ਮਨ ਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰੀ ਜਾਣਾ ਹੈ। ਪੰਡਤ ਦੇ ਮੁਤਾਬਕ ਜਦੋਂ ਕੋਈ ਪ੍ਰਾਣੀ ਧਾ ਮਰਦਾ ਜਦੋਂ, ਤੇ ਉਹਦਾ ਵੱਡਾ ਪੁੱਤਰ ਆ ਜਿਹੜਾ, ਉਹਦਾ ਭੱਦਣ ਕੀਤਾ ਜਾਂਦਾ ਹੈ ਤੇ 10 ਦਿਨ ਤੱਕ ਜਾਂ 13 ਦਿਨ ਤੱਕ ਉਹਨੇ ਕੋਈ ਸੀਂਤਾ ਹੋਇਆ ਕੱਪੜਾ ਨਹੀਂ ਪਾਉਣਾ ਹੁੰਦਾ ਤੇ ਉਹ ਉਸੇ ਵੇਲੇ ਇੱਕ ਬਹੁਤ ਡਰਾਉਣੀ ਧਾ ਮਾਰਦਾ ਹੈ ਤੇ 13 ਦਿਨ ਤੱਕ ਹਰ ਰੋਜ਼ ਸਵੇਰੇ ਉਹਨੇ ਉੱਠ ਕੇ ਦਰਵਾਜ਼ੇ ਦੇ ਬਾਹਰ ਖੜ ਕੇ ਧਾ ਮਾਰਨੀ ਹੁੰਦੀ ਹੈ। ਉਹ ਇਸ ਕਰਕੇ ਪੰਡਤ ਇਹ ਕਹਿੰਦਾ ਹੈ, ਗਰੜ ਪੁਰਾਣ ਦਾ ਇਹ ਵਿਸ਼ਵਾਸ ਹੈ ਕਿ 13 ਦਿਨ ਤੱਕ ਉਹ ਜਿਹੜੀ ਰੂਹ ਹੈ ਉਹ ਪ੍ਰੀਤ ਰੂਪ ਦੇ ਵਿੱਚ ਉੱਥੇ ਭਟਕਦੀ ਰਹਿੰਦੀ ਹੈ। ਧਾ ਇਸ ਕਰਕੇ ਮਾਰਨੀ ਹੈ ਕਿ ਉਹ ਧਾ ਸੁਣ ਕੇ ਤੇ ਉਹ ਰੂਹ ਡਰ ਜਾਏ। ਧਾ ਹੁੰਦੀ ਕੀ ਹੈ? ਸਿੰਪਲੀਫਾਈ, ਧਾ ਹੁੰਦੀ ਉੱਚੀ ਦੇਣੀ, ਮਤਲਬ ਮੈਂ ਆਵਾਜ਼ ਮਾਰਨੀ। ਹਾਂਜੀ, ਉੱਚੀ ਵਾਲੀ ਚੀਕ ਮਾਰਨੀ। ਚੀਕ ਮਾਰਨੀ, ਹਾਂ, ਉੱਚੀ ਦੇਣੀ ਚੀਕ ਮਾਰਨੀ, ਜਿਵੇਂ ਮਤਲਬ ਕਿਸੇ ਨੂੰ ਡਰਾਉਣਾ ਹੋਵੇ, ਤਾਂ ਕਿ ਉਹ ਜਿਹੜੀ ਆਤਮਾ ਹੈ ਨਾ ਫਿਰ ਘਰ ਦੇ ਆਲੇ ਦੁਆਲੇ ਤਾਂ ਬੇਸ਼ੱਕ ਫਿਰਦੀ ਰਹੇ, ਘਰ ਦੇ ਅੰਦਰ ਨਾ ਬੜੇ। ਉਹ ਜਿਹੜੀ ਧਾ ਮਾਰਨੀ ਹੈ ਉਹ ਨਹੀਂ ਕਰਨੀ, ਪਿੱਟਣਾ ਨਹੀਂ। ਸ਼ਾਇਦ ਇੱਥੇ ਦੇ ਜਿਹੜੇ ਸਾਡੇ ਬੱਚੇ ਨੇ ਜਾਂ ਇੱਥੇ ਦੇ ਜੰਮੇ ਪਲੇ ਸਾਡੇ ਜਨਰੇਸ਼ਨ ਹੈ ਉਹਨਾਂ ਨੂੰ ਨਹੀਂ ਪਤਾ ਹੋਣਾ। ਪਿੱਟਣਾ ਹੁੰਦਾ ਸੀਗਾ ਉਸ ਵੇਲੇ ਬਕਾਇਦਾ ਤੌਰ ਤੇ ਪਿੰਡਾਂ ਦੇ ਵਿੱਚ ਮਕਾਨਾਂ ਜਾਂਦੀਆਂ ਹੁੰਦੀਆਂ ਸੀ ਤੇ ਇੱਕ ਖਾਸ ਜਿਹੜੀ ਜਨਾਨੀ ਹੁੰਦੀ ਸੀ, ਖਾਸ ਕਰਕੇ ਨੈਣ ਹੁੰਦੀ ਸੀ ਜਾਂ ਮਰਾਸਣ ਹੁੰਦੀ ਸੀ, ਉਹ ਲੀਡ ਕਰਦੀ ਸੀ ਤੇ ਪਿੱਟਣ ਵਾਸਤੇ ਛਾਤੀ ਤੇ ਪੱਟਾਂ ਤੇ ਹੱਥ ਮਾਰ ਕੇ ਪਿੱਟਿਆ ਜਾਂਦਾ ਹੁੰਦਾ ਸੀ। ਉਹਨੂੰ ਪਿੱਟ ਸਿਆਪਾ ਕਹਿੰਦੇ ਹੁੰਦੇ ਸੀ। ਇਹ ਕੁਝ ਨਹੀਂ ਕਰਨਾ, ਸਿਆਪਾ ਨਹੀਂ ਕਰਨਾ, ਪਿੱਟਣਾ ਨਹੀਂ, ਉਹ ਮਤਲਬ ਇਹੋ ਜਿਹਾ ਕੁਝ ਨਹੀਂ ਕਰਨਾ। ਗੁਰਬਾਣੀ ਦਾ ਪਾਠ ਕਰਨਾ ਹੈ। ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ, ਸੋ ਵੀ ਸੰਸਕਾਰਨਾ ਚਾਹੀਏ। ਸੰਸਕਾਰ ਦਾ ਮਤਲਬ ਹੈ ਅਗਨ ਭੇਟ ਕਰਨਾ ਚਾਹੀਦਾ ਹੈ। ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋ ਸਕੇ ਉੱਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ। ਠੀਕ ਹੈ। ਜੇ ਫਰਜ਼ ਕੀਤਾ ਕੋਈ ਐਸਾ ਸੰਸਥਾ ਆ ਗਈ ਜਗ੍ਹਾ ਵੀ ਬਾਲਣ ਨਹੀਂ ਹੈ, ਅੱਗ ਨਹੀਂ ਬਾਲੀ ਜਾ ਸਕਦੀ, ਕੋਈ ਹੋਰ ਕਾਰਨ ਹੈ ਤਾਂ ਉਹਦਾ ਵਹਿਮ ਨਹੀਂ ਕਰਨਾ। ਸੰਸਕਾਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ। ਜਿਹੜਾ ਤੁਹਾਡਾ ਪਹਿਲਾ ਸਵਾਲ ਸੀ, ਉਹਦਾ ਭਰਮ ਨਹੀਂ ਕਰਨਾ। ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸਵੱਛ ਬਸਤਰ ਪਾਏ ਜਾਣ ਤੇ ਕਕਾਰ ਜੁਦਾ ਨਾ ਕੀਤੇ ਜਾਣ। ਅੰਮ੍ਰਿਤਧਾਰੀ ਸਿੰਘ ਜਾਂ ਸਿੰਘਣੀ ਨੂੰ ਇਸ਼ਨਾਨ ਕਰਾ ਕੇ ਉਹਦੇ ਨਵੇਂ ਸਾਫ਼ ਕੱਪੜੇ ਪਹਿਨਾ ਦਿੱਤੇ ਜਾਣ ਤੇ ਕਕਾਰ ਉਹਦੇ ਸਰੀਰ ਤੋਂ ਵੱਖ ਨਾ ਕੀਤੇ ਜਾਣ। ਫਿਰ ਤਖਤੇ ਉੱਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਏ। ਇੰਡੀਆ ਇੱਥੇ ਤਾਂ ਬਾਕਸ ਦੇ ਵਿੱਚ ਬੋਡੀ ਆਉਂਦੀ ਹੈਗੀ ਆ ਤੇ ਇੰਡੀਆ ਦੇ ਵਿੱਚ ਉਹ ਜਿਹੜਾ ਫਟਾ ਹੁੰਦਾ ਸੀਗਾ ਜਿਹਨੂੰ ਅਰਥੀ ਕਹਿੰਦੇ ਹੁੰਦੇ ਸੀ, ਉਹਦੇ ਉੱਤੇ ਲਿਟਾ ਕੇ ਸ਼ਮਸ਼ਾਨ ਘਾਟ ਲੈ ਕੇ ਜਾਣ ਤੋਂ ਪਹਿਲਾਂ ਉੱਥੇ ਚਲਾਣੇ ਦਾ ਅਰਦਾਸਾ ਕੀਤਾ ਜਾਏ। ਫਿਰ ਅਰਥੀ ਨੂੰ ਚੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ, ਨਾਲ ਬੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਸੰਸਕਾਰ ਦੀ ਥਾਂ ਤੇ ਪਹੁੰਚ ਕੇ ਚਿਖਾ ਰਚੀ ਜਾਵੇ। ਫਿਰ ਸਰੀਰ ਨੂੰ ਅਗਨੀ ਭੇਟਾ ਕਰਨ ਲਈ ਅਰਦਾਸਾ ਸੋਧਿਆ ਜਾਵੇ। ਪੰਡਤ ਦੇ ਮੁਤਾਬਕ ਜਦੋਂ ਅਸੀਂ ਡੈੱਡ ਬੋਡੀ ਨੂੰ ਲੈ ਕੇ ਘਰੋਂ ਜਾਂਦੇ ਹਾਂ ਤੇ ਰਸਤੇ ਦੇ ਵਿੱਚ ਰੱਖ ਕੇ ਪਾਣੀ ਦੇ ਘੜੇ ਦੇ ਵਿੱਚ ਛੇਕ ਕਰਕੇ ਉਹ ਦੁਆਲੇ ਕਰਕੇ ਤੇ ਘੜਾ ਭੰਨਿਆ ਜਾਂਦਾ ਹੈ ਜੀ। ਉਹ ਘੜਾ ਵੀ ਇਸੇ ਕਰਕੇ ਭੰਨਿਆ ਜਾਂਦਾ, ਗਰੁੜ ਪੁਰਾਣ ਦਾ ਇਹ ਵਿਸ਼ਵਾਸ ਹੈ ਕਿ ਉਹ ਘੜਾ ਭੰਨਣ ਦੇ ਖੜਕੇ ਦੇ ਨਾਲ ਉਹ ਜਿਹੜੀ ਰੂਹ ਹੈ ਉਹ ਡਰ ਕੇ ਦੌੜ ਜਾਏ। ਇਹ ਕੁਝ ਨਹੀਂ ਕਰਨਾ, ਸਿੱਖ ਨਹੀਂ ਕਰਦਾ ਇਹ ਕੁਝ। ਫਿਰ ਉੱਥੇ ਜਾ ਕੇ ਸ਼ਮਸ਼ਾਨ ਘਾਟ 'ਚ ਉਹ ਲੱਕੜਾਂ ਚਿਣ ਕੇ, ਇੱਥੇ ਉਹ ਨਹੀਂ ਹੈਗਾ, ਇੱਥੇ ਤਾਂ ਸਾਰੀਆਂ ਭੱਠੀਆਂ ਹੈਗੀਆਂ, ਬਾਕਸ ਦੇ ਵਿੱਚ ਬੋਡੀ ਜਾਂਦੀ ਹੈ। ਤੇ ਫਿਰ ਉਸ ਤੋਂ ਬਾਅਦ ਅਗਨ ਭੇਟ ਕਰਨ ਲਈ ਅਰਦਾਸ ਕੀਤੀ ਜਾਏ। ਫਿਰ ਪ੍ਰਾਣੀ ਨੂੰ ਅੰਗੀਠੇ ਉੱਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸੰਬੰਧੀ ਜਾਂ ਕੋਈ ਹਿਤੂ ਆਦਿ ਜੀ ਅਗਨੀ ਲਾ ਦੇਵੇ।
ਇੱਥੇ ਸਿਰਫ ਵੱਡੇ ਪੁੱਤਰ ਦਾ ਹੋਣਾ ਜ਼ਰੂਰੀ ਨਹੀਂ ਆ, ਕੋਈ ਵੀ ਹੋ ਸਕਦਾ ਹੈ। ਜੇ ਕੋਈ ਵੀ ਨਹੀਂ ਤਾਂ ਕੋਈ ਹਿੱਤੂ ਜਿਹੜਾ ਆਪਣੇ ਪਰਿਵਾਰ ਦਾ ਕੋਈ ਮੈਂਬਰ ਹੈ, ਪਰਿਵਾਰ ਦਾ ਕੋਈ ਪ੍ਰੇਮੀ ਹੈ, ਉਹ ਵੀ ਇਹ ਕਰ ਸਕਦਾ। ਸਿਰਫ ਜ਼ਿੰਮੇਵਾਰੀ ਨਿਭਾਉਣੀ ਹੈ। ਸੰਗਤ ਕੁਝ ਬਿੱਥ ਤੇ ਬੈਠ ਕੇ ਕੀਰਤਨ ਕਰੇ ਜਾਂ ਬੈਰਾਗਮਈ ਸ਼ਬਦ ਪੜ੍ਹੇ। ਜਦੋਂ ਅੰਗੀਠਾ ਪੂਰੀ ਤਰ੍ਹਾਂ ਬਲ ਉੱਠੇ ਤਾਂ ਕਪਾਲ ਕਿਰਿਆ ਆਦਿ ਕਰਨਾ ਮਨਮਤ ਹੈ। ਕਪਾਲ ਕਿਰਿਆ ਇੱਥੇ ਤਾਂ ਹੋ ਹੀ ਨਹੀਂ ਸਕਦੀ। ਕਪਾਲ ਕਿਰਿਆ ਹੁੰਦੀ ਹੈ ਜਦੋਂ ਡੈੱਡ ਬੋਡੀ ਨੂੰ ਉਹ ਲੱਕੜਾਂ 'ਤੇ ਰੱਖ ਕੇ ਅੱਗ ਲਾ ਦਿੱਤੀ ਜਾਂਦੀ ਹੈ। ਜਦੋਂ ਅੱਗ ਪੂਰੀ ਤਰ੍ਹਾਂ ਮੱਚ ਜਾਂਦੀ ਹੈ, ਫਿਰ ਵੱਡਾ ਪੁੱਤ ਆਮ ਤੌਰ 'ਤੇ ਅੱਗ ਲਾਉਣ ਵਾਲਾ ਸ਼ਖਸ ਜਿਹੜਾ ਇੱਕ ਡੰਡਾ ਲੈ ਕੇ ਡਾਂਗ ਦੀ ਤਰ੍ਹਾਂ ਉਹ ਸਿਰ ਵਾਲੇ ਪਾਸਿਓਂ ਉਸ ਡੰਡੇ ਨੂੰ ਸਿਰ ਦੇ ਵਿੱਚ ਮਾਰਦਾ ਹੈ। ਹੁੰਝ ਦੀ ਤਰ੍ਹਾਂ ਇਸ ਤਰ੍ਹਾਂ ਸਿਰ ਦੇ ਵਿੱਚ ਮਾਰਿਆ ਜਾਂਦਾ, ਉਹਨੂੰ ਕਪਾਲ ਕਿਰਿਆ ਕਹਿੰਦੇ ਆ। ਕਪਾਲ ਸਿਰ ਨੂੰ ਵੀ ਕਹਿੰਦੇ ਆ। ਔਰ ਇਹ ਕਿਹਾ ਜਾਂਦਾ ਹੈ, ਗਰੁੜ ਪੁਰਾਣੇ ਕਹਿੰਦਾ ਹੈ ਵੀ ਇਸ ਤਰੀਕੇ ਇਹ ਕਰਨ ਦੇ ਨਾਲ ਉਹ ਜਿਹੜੀ ਰੂਹ, ਉਹ ਜਿਹੜੀ ਮਤਲਬ ਰੂਹ ਹੈ, ਉਹਨੂੰ ਪਤਾ ਲੱਗਦਾ ਹੈ ਵੀ ਮੇਰੇ ਤਾਂ ਡੰਡੇ ਮਾਰਦੇ ਆ ਇਹ, ਮੈਨੂੰ ਹੁਣ ਇੱਥੋਂ ਛੱਡ ਕੇ ਚਲੇ ਜਾਣਾ ਚਾਹੀਦਾ। ਫਿਰ ਉਹ ਘਰ ਨਹੀਂ ਵੜਦੀ। ਦਰਅਸਲ ਉਹਦਾ ਕਾਰਨ ਇਹ ਹੋ ਸਕਦਾ ਸੀਗਾ ਪਹਿਲਾਂ ਜਦੋਂ ਕਰਦੇ ਹੋਣਗੇ ਵੀ ਸ਼ਾਇਦ ਸਰੀਰ ਜਿਹੜਾ ਸਿਰ ਆ ਉਹਨੂੰ ਸੜਨ ਨੂੰ ਕੁਛ ਔਖਾ ਲੱਗਦਾ ਹੋਵੇ ਅਤੇ ਉਹਨੂੰ ਫੋਲਣ ਵਾਸਤੇ ਜਾਂ ਕੁਛ ਹੋਰ ਤਰੀਕਾ ਵੀ ਹੋ ਸਕਦਾ। ਪਰ ਗੁਰਮਤ ਦੇ ਵਿੱਚ ਸਾਡੇ ਵਾਸਤੇ ਇਹ ਕੁਛ ਕਰਨ ਦੀ ਜਿਹੜੀ ਹੈ ਉਹ ਮਨਾਹੀ ਹੈ ਜੀ। ਫਿਰ ਸੋਹਲੇ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਸੰਗਤ ਮੁੜ ਆਵੇ ਉੱਥੋਂ ਸ਼ਮਸ਼ਾਨ ਘਾਟ 'ਚੋਂ ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰਾ ਸਾਹਿਬ ਵਿਖੇ ਪੁਰਾਣੀ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ ਅਤੇ ਆਨੰਦ ਸਾਹਿਬ 6 ਪੌੜੀਆਂ ਦਾ ਪਾਠ ਕਰਕੇ ਅਰਦਾਸਾ 10ਵੇਂ ਦਿਨ ਹੋਵੇ, ਜਿਹਨੂੰ ਦੁਸਹਿਰਾ ਕਿਹਾ ਜਾਂਦਾ ਹੈ। ਇੱਥੇ ਆਪਣਾ ਸਿਸਟਮ ਥੋੜ੍ਹਾ ਜਿਹਾ ਵੱਖਰਾ ਹੈ। ਆਪਾਂ ਜਦੋਂ ਪੁਰਾਣੀ ਚੜ੍ਹਾਈ ਕਰਦਾ ਹੈ ਉਦੋਂ ਹੀ ਘਰ ਦੇ ਵਿੱਚ ਆਮ ਤੌਰ 'ਤੇ ਸਹਿਜ ਪਾਠ ਕਰ ਲੈਂਦੇ ਹਾਂ। ਘਰ ਦੇ ਵਿੱਚ ਹੀ ਕਰਨਾ ਚਾਹੀਦਾ। ਇੱਥੇ ਇਹ ਵੀ ਹੈ ਕਿ ਉਹ ਪਾਠ ਜਿਹੜਾ ਹੈ ਘਰ ਵਾਲੇ ਜਿਹੜੇ ਮੈਂਬਰ ਆ ਜਾਂ ਸਕੇ ਸੰਬੰਧੀ ਆ ਉਹ ਰਲ ਕੇ ਕਰਨ। ਜੇ ਨਾ ਕਰ ਸਕਦੇ ਹੁਣ ਤਾਂ ਗ੍ਰੰਥੀ ਸਿੰਘ ਕੋਲੋਂ ਕਰਵਾ ਲੈਣ, ਪਰ ਉਹ ਪਾਠ ਨੂੰ ਸੁਣਨ। ਇੱਥੇ ਆਪਾਂ ਪਾਠ ਰੱਖ ਲੈਂਦੇ ਹਾਂ ਅਤੇ ਜਦੋਂ ਸੰਸਕਾਰ ਕਰਕੇ ਆਉਂਦੇ ਹਾਂ ਸਿੱਧੇ ਗੁਰਦੁਆਰਾ ਸਾਹਿਬ ਜਾ ਕੇ ਸਹਿਜ ਪਾਠ ਦਾ ਭੋਗ ਪਾ ਕੇ ਅਲਾਹੁਣੀਆਂ ਦਾ ਪਾਠ ਕਰਕੇ ਸਾਦਾ ਪਾਠ ਕਰਕੇ ਆਪਾਂ ਲੰਗਰ ਛਕ ਕੇ ਘਰ ਨੂੰ ਆ ਜਾਂਦੇ ਹਾਂ। ਇੱਥੇ ਉਹਦਾ ਪਾਠ ਕੀਤਾ ਜਾਏ। ਅਤੇ ਜੇ 10ਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੀ ਸੌਖ ਨੂੰ ਮੁੱਖ ਰੱਖ ਕੇ ਨੀਅਤ ਕੀਤਾ ਜਾਏ। ਜ਼ਰੂਰੀ ਨਹੀਂ ਕਿ 10ਵੇਂ ਦਿਨ ਕਰਨਾ ਹੈ, ਕੋਈ ਵੀ ਦਿਨ ਜਿਹੜਾ ਸੂਟ ਕਰਦਾ। ਇਸ ਪਾਠ ਦੇ ਕਰਨ ਵਿੱਚ ਘਰ ਵਾਲੇ ਅਤੇ ਸੰਬੰਧੀ ਰਲ ਕੇ ਹਿੱਸਾ ਪਾਉਣ। ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਵੀ ਹੋਵੇ। ਦੁਸਹਿਰੇ ਦੇ ਪਿੱਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ। ਦੁਸਹਿਰਾ ਭੋਗ ਦੀ ਅਰਦਾਸ ਤੋਂ ਬਾਅਦ ਮ੍ਰਿਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ 'ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਚੱਕ ਕੇ ਜਲ ਪ੍ਰਵਾਹ ਕਰ ਦਿੱਤੀ ਜਾਏ ਜਾਂ ਉੱਥੇ ਹੀ ਦੱਬ ਕੇ ਜ਼ਮੀਨ ਬਰਾਬਰ ਕਰ ਦਿੱਤੀ ਜਾਵੇ। ਸੰਸਕਾਰ ਅਸਥਾਨ 'ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਹੈ। ਠੀਕ ਹੈ। ਅੱਧ ਮਾਰਗ ਜਿਹੜਾ ਉਹ ਘੜਾ ਭੰਨਣ ਵਾਲੀ ਗੱਲ, ਸਿਆਪਾ, ਫੂੜੀ, ਦੀਵਾ, ਪਿੰਡ, ਕਿਰਿਆ, ਸਰਾਧ, ਬੁੱਢਾ ਮਰਨਾ ਆਦਿ ਕਰਨਾ ਮਨਮਤ ਹੈ। ਅੰਗੀਠੇ ਵਿੱਚੋਂ ਫੁੱਲ ਚੁੱਕ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ 'ਤੇ ਜਾ ਕੇ ਪਾਉਣੇ ਮਨਮਤ ਹੈ। ਸਿਰਫ ਲੋੜ ਉਹਨਾਂ ਨੂੰ ਸੰਭਾਲਣ ਦੀ ਹੈ। ਜਦੋਂ ਇੱਥੇ ਪਿੰਡ ਦੀ ਗੱਲ ਆਈ ਹੈ, ਪਿੰਡ, ਦੀਵਾ ਤਾਂ ਆਪਾਂ ਗੱਲ ਕੀਤੀ ਹੈ ਨਾ, ਪਿੰਡ ਹੁੰਦੀ ਹੈ ਕਿ ਜਦੋਂ ਪੁਰਾਣੀ ਚੜ੍ਹਾਈ ਕਰਦਾ ਨਾ, ਅਤੇ ਪੰਡਤ ਜਿਹੜਾ ਆ ਕੇ ਜੌਆਂ ਦੇ ਆਟੇ ਦੇ ਪਿੰਨੇ ਬਣਾ ਕੇ ਦਾਨ ਕਰਦਾ ਹੈ, ਉਹਨੂੰ ਪਿੰਡ ਭਰਾਉਣੇ ਕਹਿੰਦੇ ਆ। ਅਤੇ ਆਮ ਤੌਰ 'ਤੇ ਉਹ ਜਿਹੜੇ ਪਿੰਨੇ ਜਿਹੇ ਬਣਾ ਕੇ ਦਿੱਤੇ ਜਾਂਦੇ ਆ ਉਹ ਕਾਵਾਂ ਨੂੰ ਪਾ ਦਿੱਤੇ ਜਾਂਦੇ ਆ। ਉਹਨਾਂ ਗੱਲਾਂ ਤੋਂ ਸਾਨੂੰ ਕਰਨ ਤੋਂ ਰੋਕਿਆ। ਇਹ ਮਨਮਤ ਹੈ। ਅਤੇ ਉਹ ਜਿਹੜੀ ਸਾਰੀ ਰਾਖ ਹੈ, ਐਸ਼ਸ ਜਿੰਨੀਆਂ ਵੀ, ਉਹਨਾਂ ਸਾਰੀਆਂ ਨੂੰ ਇਕੱਠੀਆਂ ਕਰਕੇ ਸੰਭਾਲਣ ਦਾ ਇਸ਼ੂ ਹੈ ਇੱਥੇ ਜੀ। ਵੀ ਜਾਂ ਤਾਂ ਉਹਨੂੰ ਵਗਦੇ ਪਾਣੀ ਦੇ ਵਿੱਚ ਬਹਾ ਦਿੱਤਾ ਜਾਏ ਜਾਂ ਨਹੀਂ ਤਾਂ ਉੱਥੇ ਬੇਸ਼ੱਕ ਦੱਬ ਕੇ ਜ਼ਮੀਨ ਪੱਧਰੀ ਕਰ, ਤਾਂ ਕਿ ਸੁਆਹ ਜਿਹੜੀ ਆ, ਰਾਖ ਜਿਹੜੀ ਆ, ਉੱਡ ਕੇ ਇੱਧਰ ਉੱਧਰ ਨਾ ਜਾਏ। ਜੇ ਕੋਈ ਹੱਡੀ ਦਾ ਪੀਸ ਬਚਿਆ ਤਾਂ ਉਹ ਇੱਧਰ ਉੱਧਰ ਨਾ ਰੁਲਦਾ ਫਿਰੇ, ਉਹਦੀ ਸੰਭਾਲ ਹੋ ਜਾਵੇ। ਇਹ ਸੋਚ ਕੇ ਕਿ ਹਰਿਦੁਆਰ ਦੇ ਵਿੱਚ ਪੰਡਤ ਕੋਲੋਂ ਲਿਜਾ ਕੇ ਇਹਦੀ ਹੁਣ ਕਰਨੀ ਹੈਗੀ ਆ ਉਹ ਕਿਰਿਆ, ਮੰਤਰ ਪੜ੍ਹਾਉਣੇ ਆ, ਉਹ ਸਿੱਖ ਦੇ ਕਰਨ, ਸਿੱਖ ਨੂੰ ਮਨਾਹੀ ਆ ਉਹ ਸਾਰਾ ਕੁਛ ਕਰਨ ਦੀ। ਇਹਨਾਂ ਮੁਲਕਾਂ ਦੀ ਗੱਲ ਕਰੀ ਜਿੱਥੇ ਆਪਾਂ ਰਹਿੰਦੇ ਹਾਂ, ਹਾਂਜੀ, ਕਿਸੇ ਪਰਿਵਾਰ ਦੇ ਕੋਲੋਂ ਕਿਸੇ ਕਾਰਨ ਕਰਕੇ ਜੇ ਐਸ਼ਜ਼ ਲੈ ਕੇ ਇੰਡੀਆ ਨਹੀਂ ਜਾ ਹੁੰਦਾ, ਇੱਥੇ ਜੇ ਉਹ ਜਲ ਪ੍ਰਵਾਹ ਕਰ ਦੇਣ, ਹਾਂਜੀ, ਕੀ ਇਹ
ਕਬੂਲ ਹੈ ਜਾਂ ਮਨਮਤ ਹੈਗੀ? ਮਰਿਆਦਾ ਅਨੁਸਾਰ ਤਾਂ ਜਲ ਪ੍ਰਵਾਹ ਕਰਨੀਆਂ ਹੀ ਇੱਥੇ ਚਾਹੀਦੀਆਂ। ਕੋਈ ਸਪੈਸੀਫਿਕਲੀ ਕਿ ਇਹ ਨਹੀਂ ਕਿਤੇ ਆਖਿਆ ਵੀ ਕੀਰਤਪੁਰ ਕਰਨੇ ਚਾਹੀਦੇ ਜਾਂ ਹੋਰ ਕਿਤੇ? ਇਹ ਤਾਂ ਵਗਦਾ ਹੋਇਆ ਪਾਣੀ ਹੋਵੇ, ਵਗਦੇ ਉਹਨੂੰ ਸਿਰਫ ਬਹਾਉਣ ਦੀ ਗੱਲ ਹੈ ਕਿ ਉਹ ਜਿਹੜੀ ਐਸ਼ ਹੈ, ਜਿਹੜੀ ਰਾਖ ਹੈ, ਉਹ ਵਗਦੇ ਪਾਣੀ 'ਚ ਰੁੜ ਜਾਏ। ਠੀਕ ਹੈ, ਬਸ। ਖੜੇ ਪਾਣੀ 'ਚ ਹੋਊਗੀ ਤੇ ਉਹ ਗੰਦਾ ਹੋਊਗਾ ਪਾਣੀ। ਮਤਲਬ ਵਗਦੇ ਪਾਣੀ ਦਾ ਮਤਲਬ ਹੈ ਕਿ ਉਹਦੇ ਵਿੱਚ ਰੁੜ ਕੇ ਅੱਗੇ ਚਲੇ ਜਾਵੇ ਤੇ ਉਹ ਸੰਭਾਲੀ ਜਾਏ। ਜਿਹੜੀਆਂ ਅਸੀਂ ਲੈ ਕੇ ਜਾਂਦੇ ਹਾਂ ਉਚੇਚੇ ਤੌਰ ਦੇ ਉੱਤੇ, ਇਹ ਪਿਛਲੇ ਕੁਝ ਸਾਲਾਂ ਤੋਂ ਹੀ ਰਿਵਾਜ ਸ਼ੁਰੂ ਹੋਇਆ, ਪਹਿਲਾਂ ਨਹੀਂ ਹੁੰਦਾ ਸੀਗਾ। ਇਹ ਗੁਰਮਤ ਮਰਿਆਦਾ ਦੇ ਅਨੁਕੂਲ ਨਹੀਂ ਹੈ। ਪਰ ਇਹ ਹੋ ਉੱਥੇ ਰਿਹਾ ਜਿਹੜੇ ਇਤਿਹਾਸਕ ਸਥਾਨ ਨੇ, ਕੀਰਤਪੁਰ ਇਤਿਹਾਸਕ ਸਥਾਨ। ਪਤਾਲਪੁਰੀ ਸਾਹਿਬ ਐਸਾ ਸਥਾਨ ਹੈ ਜਿਸ ਸਥਾਨ ਦੇ ਉੱਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਛੇਵੇਂ ਪਾਤਸ਼ਾਹ ਜੀ ਤੇ ਸੱਤਵੇਂ ਪਾਤਸ਼ਾਹ ਗੁਰੂ ਹਰਿ ਸਾਹਿਬ ਜੀ ਦੇ ਸਰੀਰ ਦਾ ਅੰਗੀਠਾ ਤਿਆਰ ਕਰਕੇ ਸੰਸਕਾਰ ਕੀਤਾ ਸੀ, ਕਿਉਂਕਿ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਸੀ। ਇਸ ਕਰਕੇ ਉੱਥੇ ਪਾਣੀ ਵੀ ਵਗਦਾ ਸੀ ਪਹਿਲਾਂ। ਹੋ ਸਕਦਾ ਉੱਥੇ ਦੇ ਲੋਕਲ ਲੋਕ ਇਹ ਕਰਦੇ ਹੋਣ, ਚਰਨ ਗੰਗਾ ਪਿੱਛੋਂ ਵੀ ਵਗਦੀ ਸੀ। ਹੁਣ ਉਹ ਇੱਕ ਰਿਵਾਜ ਬਣ ਗਿਆ ਔਰ ਇਹ ਪਿਛਲੇ ਕੁਝ ਸਮੇਂ ਤੋਂ ਹੀ ਬਣਿਆ। ਪਹਿਲਾਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਇਹ ਨਹੀਂ ਹੁੰਦਾ ਸੀ। ਹੁਣ ਇਹ ਕਿਉਂਕਿ ਸਾਡੇ ਕੁਛ ਸਾਧਨ ਜ਼ਿਆਦਾ ਆ ਗਏ, ਕੁਛ ਪੈਸਾ ਵੀ ਆ ਗਿਆ, ਕੋਈ ਦੇਖਾ ਦਾਖੀ ਵੀ ਹੋ ਗਈ। ਪਰ ਗੱਲ ਇੱਥੇ ਆਪਾਂ ਉਹਨਾਂ ਦੀ ਨਹੀਂ ਕਰਦੇ ਕਿ ਉਹ ਕਿਉਂ ਕਰਦੇ ਆ। ਗੱਲ ਸਿਰਫ ਇਹ ਹੈ ਵੀ ਕਿ ਗੁਰਬਾਣੀ ਸਾਨੂੰ ਇਹ ਕਰਨ ਵਾਸਤੇ ਕਹਿੰਦੀ ਹੈ ਵੀ ਤੁਸੀਂ ਆਹ ਕੁਛ ਕਰੋ। ਨਹੀਂ, ਗੁਰਮਤਿ ਮਰਿਆਦਾ ਅਨੁਸਾਰ ਇਹ ਕੁਛ ਕਰਨ ਦੀ ਜ਼ਰੂਰਤ ਨਹੀਂ। ਅਸੀਂ ਜਿਹੜੇ ਤੋਂ ਪਹਿਲਾਂ ਗੱਲ ਕਰਦੇ ਸੀ ਕਿ ਜਿਸ ਖਿੱਤੇ ਵਿੱਚੋਂ ਆਏ ਆ, ਹਾਂਜੀ, ਉਹ ਰਸਮੋ ਰਿਵਾਜ ਸਾਡੇ ਵਿੱਚ ਆ ਗਏ। ਹਾਂ, ਜੋ ਉੱਥੇ ਗੰਗਾ ਤੇ ਹੁੰਦਾ ਸੀ, ਹਾਂਜੀ, ਉਹ ਇਸ ਵੇਲੇ ਕੀਰਤਪੁਰ ਹੋ ਰਿਹਾ। ਉੱਥੇ ਰਜਿਸਟਰ ਦੇ ਵਿੱਚ ਤੁਹਾਡਾ ਨਾਮ ਵੀ ਦਰਜ ਕਰਦੇ, ਆਹ ਵੀ ਕਰਦੇ, ਆਹ ਵੀ ਕਰਦੇ। ਬੜੀਆਂ ਸੋਹਣੀਆਂ ਉਹਨਾਂ ਪੌੜੀਆਂ ਬਣਾਤੀਆਂ, ਸਭ ਕੁਝ ਬਣਾਤਾ ਤੇ ਹੁਣ ਜਲ ਪ੍ਰਵਾਹ ਕਰਦੇ ਵੀ ਉੱਥੇ। ਐਕਚੁਅਲੀ ਮੈਂ ਇੱਥੇ ਆਇਆ ਨੂੰ ਕਾਫੀ ਸਮਾਂ ਹੋ ਗਿਆ। ਪਿੱਛੇ ਸਾਡੀ ਮਾਤਾ ਚੜ੍ਹਾਈ ਕੀਤੀ ਜਦੋਂ, ਤੇ ਉਹਨਾਂ ਨੇ ਨਾ ਇੱਥੇ ਸਾਡੇ ਲਾਗੇ, ਆਪਣੇ ਕਪੂਰਥਲੇ ਲਾਗੇ ਦਰਿਆ ਬਿਆਸ ਦੇ ਕੋਲ ਬਹੁਤ ਵਧੀਆ ਜਗ੍ਹਾ ਬਣਾਈ ਹੈ। ਉੱਥੇ ਉਹ ਵੀ ਨਾਂ ਲਿਖਦੇ ਨੇ ਰਜਿਸਟਰ ਦੇ ਉੱਤੇ। ਤੇ ਉੱਥੇ ਕਿਉਂਕਿ ਵਗਦਾ ਦਰਿਆ ਉੱਥੇ ਵਗਦਾ ਹੈ, ਹੋਰ ਲਾਗੇ ਹੈ ਨਹੀਂ ਹੋਰ ਕੋਈ ਪਾਣੀ। ਪਹਿਲਾਂ ਬੇਈ ਦੇ ਵਿੱਚ ਵੀ ਕਰਦੇ ਰਹੇ, ਮੈਨੂੰ ਯਾਦ ਹੈ। ਹੁਣ ਬੇਈਆਂ ਤਾਂ ਕਾਲੀਆਂ ਹੋ ਗਈਆਂ, ਪੋਲੂਸ਼ਨ ਦਾ ਪਾਣੀ ਪੈ ਪੈ ਕੇ ਬੁਰਾ ਹਾਲ ਹੋ ਗਿਆ। ਤੇ ਇਹਦੇ ਲਈ ਸਹੂਲਤ ਦੇਖਣ ਦੀ ਜ਼ਰੂਰਤ ਹੈ। ਮਰਿਆਦਾ ਨੇ, ਗੁਰਮਤ ਨੇ, ਗੁਰਬਾਣੀ ਦੇ ਸਿਧਾਂਤ ਨੇ ਕੋਈ ਐਸੀ ਹਦਾਇਤ ਨਹੀਂ ਕੀਤੀ ਕਿ ਉਹ ਜਿਹੜੇ ਫੁੱਲ ਹੈ ਜਾਂ ਥੋੜ੍ਹੇ ਜਿਹੇ ਜਿਹੜੇ ਹੈਗੇ ਨੇ ਉਹ ਐਸ਼ਿਸ ਹੈ ਜਿਹੜੀਆਂ, ਉਹਨਾਂ ਨੂੰ ਖਾਸ ਥਾਂ ਦੇ ਉੱਤੇ ਲੈ ਕੇ ਜਲ ਪ੍ਰਵਾਹ ਕੀਤਾ ਜਾਏ। ਐਸਾ ਕੋਈ ਵਿਧਾਨ। ਸੋ ਗੁਰਮਤ ਮਰਿਆਦਾ ਅਨੁਸਾਰ ਇਹ ਨਹੀਂ ਵੀ ਅਸੀਂ ਫੁੱਲ ਜਾਂ ਐਸ਼ਿਸ ਲੈ ਕੇ ਕਿਸੇ ਸਪੈਸੀਫਿਕ ਜਗ੍ਹਾ 'ਤੇ ਜਾਈਏ। ਜੇ ਇੱਥੇ ਵਗਦਾ ਦਰਿਆ ਹੈ, ਕਿਉਂਕਿ ਆਤਮਾ ਚਲ ਗਈ, ਉਹ ਹੁਣ ਮਿੱਟੀ ਹੈ, ਪੰਜ ਭੂਤਿਕਾ ਮਿੱਟੀ ਆ, ਸੁਆਹ ਆ, ਉਹਨੂੰ ਜਿੱਥੇ ਮਰਜ਼ੀ ਰੱਖੀ ਛੱਡੋ। ਪਰ ਕਿਉਂਕਿ ਸਾਡੇ ਜ਼ਿਹਨ ਦੇ ਵਿੱਚ ਹੈ, ਅਸੀਂ ਇਹਨਾਂ ਵਹਿਮਾਂ ਭਰਮਾਂ ਤੋਂ ਉੱਚੇ ਨਹੀਂ ਉੱਠ ਸਕੇ, ਅਸੀਂ ਇੱਥੋਂ ਲੈ ਕੇ ਜ਼ਰੂਰ ਜੋ ਜਿਹੜਾ ਨੀਅਤ ਸਥਾਨ ਹੈ ਉੱਥੇ ਜਾਵਾਂਗੇ। ਇਹ ਵੀ ਮੈਂ ਸੋਚਦਾ ਭਾਈ ਸਾਹਿਬ, ਜੇ ਕੋਈ ਲਹਿਰ ਚਲਾਈ ਜਾਵੇ, ਐਜੂਕੇਸ਼ਨਲ ਪ੍ਰੋਗਰਾਮ ਕੀਤਾ ਜਾਵੇ। ਇੱਥੇ ਦਰਿਆ ਵਗਦੇ ਨੇ, ਇੱਥੇ ਉਹਨਾਂ ਵਿੱਚ ਮੈਨੂੰ ਪਤਾ ਲੱਗਾ ਹੈ ਕਿ ਸਟੈਟਫੋਰਡ ਅਪੋਨ ਏਵਨ ਰਿਵਰ ਦੇ ਉੱਤੇ ਆ। ਉੱਥੋਂ ਕਹਿੰਦੇ ਛੋਟੀ ਜਿਹੀ ਬੋਟ ਲੈ ਕੇ ਕਿਰਾਏ 'ਤੇ ਜਾ ਕੇ ਥੋੜ੍ਹਾ ਜਿਹਾ ਅੱਗੇ ਜਾ ਕੇ ਸਟੈਟਫੋਰਡ ਬਾਹਰ ਨਿਕਲ ਕੇ ਪਾਣੀ ਬਹਾ ਹੈਗਾ, ਉੱਥੇ ਵੀ ਐਸ਼ਿਸ ਪਾਉਂਦੇ ਨੇ। ਉੱਥੇ ਗ੍ਰੰਥੀ ਸਿੰਘ ਨੇ ਨਾਲ ਇਹਨੇ ਅਰਦਾਸ ਕਰਨ ਵਾਸਤੇ। ਗੁਰਮਤ ਮਰਿਆਦਾ ਦੇ ਮੁਤਾਬਕ ਐਸ਼ਿਸ ਨੂੰ ਜਲ ਪ੍ਰਵਾਹ ਕਰਨ ਸਮੇਂ ਕਿਸੇ ਕਿਸਮ ਦੀ ਧਾਰਮਿਕ ਅਰਦਾਸ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਸਿੱਖ ਨੇ ਤਾਂ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਕਰਨਾ ਹੈ, ਵਾਹਿਗੁਰੂ ਨੂੰ ਚੇਤੇ ਰੱਖਣਾ ਹੈ, ਪਰ ਇਹ ਕੋਈ ਵੱਖਰਾ ਇੱਕ ਫੰਕਸ਼ਨ ਨਹੀਂ ਹੈ। ਇਹ ਸਿਰਫ ਉਹਦੀ ਸੰਭਾਲ ਦੀ ਜ਼ਰੂਰਤ ਹੈ। ਠੀਕ ਹੈ ਜੀ। ਇਹ ਸਾਨੂੰ ਸਾਰੇ ਜਿਹੜੇ ਕਿ ਅਸੀਂ ਪ੍ਰਬੰਧਕ ਜਨ ਜਾਂ ਕਮਿਊਨਿਟੀ ਲੀਡਰ, ਉਹਨਾਂ ਸੋਚ ਵਿਚਾਰ ਕਰਕੇ ਥੋੜ੍ਹਾ ਜਿਹਾ ਇੱਧਰ ਨੂੰ ਕਦਮ ਪੁੱਟਣ ਦੀ ਲੋੜ ਹੈ। ਫਿਰ ਗੱਲ ਗਾਂ ਚੱਲ ਪੈਂਦੀ ਹੈ। ਥੋੜ੍ਹਾ ਸੰਗਤਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਗੁਰੂ ਕੀ ਕਹਿੰਦਾ ਹੈ, ਗੁਰਮਤ ਕੀ ਕਹਿੰਦੀ ਹੈ, ਤੇ ਅਸੀਂ ਕਰਦੇ ਕੀ ਹਾਂ। ਜਿਹੜੀ ਨਾ ਡਾਕਟਰ ਸਾਹਿਬ ਇੱਥੇ ਮੈਨੂੰ ਖਿਮਾ ਕਰੋ ਜਰਾ, ਸਾਡੇ ਵਾਸਤੇ ਗੁਰੂ ਸਾਹਿਬ ਨੇ ਸਾਰਾ ਜਿਹੜਾ ਜੀਵਨ ਹੈ ਉਹ ਬਹੁਤ ਸਿੰਪਲ ਤੇ ਸੰਜਮੀ ਨੀਅਤ ਕੀਤਾ ਹੈ। ਸੰਜਮੀ। ਅਸੀਂ ਤੇ ਹੁਣ ਆਨੰਦ ਕਾਰਜ ਕਿੱਡੇ ਕਿੱਡੇ ਮਤਲਬ ਵੱਡੇ ਅਡੰਬਰ ਰਚਾਲ ਹੈ। ਗੁਰੂ ਸਾਹਿਬ ਨੇ ਕਿਹਾ ਸੀ ਨਾ ਕਿ ਬੱਚਾ ਬੱਚੀ ਸੰਗਤ ਵਿੱਚ ਆਏ, ਸੰਗਤ 'ਚ ਬੈਠ ਕੇ ਆਨੰਦ ਕਾਰਜ ਕਰੇ, ਕੜਾਹ ਪ੍ਰਸ਼ਾਦ ਛਕੇ
ਤੇ ਲੰਗਰ ਛਕ ਕੇ ਆਪਣੇ ਆਪਣੇ ਘਰ ਨੂੰ ਚਲੇ ਜਾਏ। ਪਰ ਅਸੀਂ ਮਤਲਬ ਸ਼ਾਇਦ ਸਾਡੇ ਕੋਲ ਸਾਧਨ ਜ਼ਿਆਦਾ ਆ ਗਏ, ਜਾਂ ਅਸੀਂ ਦੇਖਾ ਦੇਖੀ ਦੂਜੇ ਨੂੰ ਵੱਧ ਕਰਨ ਦੀ ਦੌੜ ਦੇ ਵਿੱਚ ਪਾ ਕੇ ਇਸ ਤਰ੍ਹਾਂ ਅਸੀਂ ਸਿੰਪਲ ਇੱਕ ਬਹੁਤ ਸਹਿਜ ਵਾਲੀ ਸੰਜਮੀ ਜ਼ਿੰਦਗੀ ਨੂੰ ਛੱਡ ਕੇ ਪਦਾਰਥ ਦੇ ਮਗਰ ਲੱਗ ਕੇ ਤੇ ਕੁਛ ਨਾ ਕੁਛ ਬਣਾ ਲਿਆ। ਇਹਦੇ ਨਾਲ ਕੋਈ ਬਹੁਤੀਆਂ ਖੁਸ਼ੀਆਂ ਨਹੀਂ ਮਿਲਦੀਆਂ। ਜੋ ਆਨੰਦ ਮਤਲਬ ਸਾਦਾਪੁਣੇ ਦੇ ਵਿੱਚ ਹੈ ਉਹ ਦਿਖਾਵੇ 'ਚ ਨਹੀਂ ਹੁੰਦਾ। ਪਰ ਗੱਲ ਹੈ ਜਿਹੜੀ ਪੰਜਾਬੀ ਦੀ ਅਖਾਣ ਹੈ ਕਿ ਨੱਕ ਰੱਖਣਾ। ਉਹ ਜੋ ਖੁਸ਼ੀ ਦਾ ਮੌਕਾ ਹੈ ਵਿਆਹ, ਉੱਥੇ ਵੀ ਜ਼ੋਰ ਲਾ ਦੇਣਾ। ਹੁਣ ਤੁਸੀਂ ਅੱਜ ਵੀ ਸਿੱਖ ਚੈਨਲ 'ਤੇ ਦੇਖ ਰਹੇ ਸੀ ਕਿ ਖੁਦਕੁਸ਼ੀਆਂ ਕਿਸਾਨਾਂ ਦੀ ਹੋ ਰਹੀਆਂ, ਅਤੇ ਮੈਂ ਭਾਈ ਸਾਹਿਬ ਬੜਾ ਹੈਰਾਨ ਸਾਂ। ਮੈਂ ਉੱਥੇ ਗਿਆ ਹਾਂਜੀ, ਤੇ ਮੈਂ ਪੁੱਛਿਆ ਵੀ ਕਿਉਂ ਖੁਦਕੁਸ਼ੀਆਂ ਕਰ ਰਹੇ? ਜੇ ਤੁਹਾਨੂੰ ਪਤਾ ਕਰਜ਼ਾ ਅਸੀਂ ਮੋੜ ਨਹੀਂ ਸਕਦੇ ਤਾਂ ਕਿਉਂ ਪਹਿਲਾਂ ਲੈਂਦੇ ਕਿਉਂ? ਉਹ ਜੀ ਉਹਨਾਂ ਨੇ ਕੁੜੀ ਦਾ ਵਿਆਹ ਤੇ ਕਿਉਂਕਿ ਫਲਾਣੇ ਇੱਦਾਂ ਕੀਤਾ ਤੇ ਅਸੀਂ ਵੀ ਇੱਦਾਂ ਕੀਤਾ। ਇਸ ਕਰਕੇ ਸਰ ਵਿਆਹਾਂ ਦੀ ਨਹੀਂ ਗੱਲ, ਘਰ ਦੇ ਵਿੱਚ ਬਜ਼ੁਰਗ ਨੂੰ ਅਸੀਂ ਸੇਵਾ ਸੰਭਾਲ ਨਹੀਂ ਕਰਦੇ। ਹਾਂ, ਜਦੋਂ ਮਰ ਜਾਂਦਾ ਹੈ, ਮਰ ਗਿਆ, ਫਿਰ ਅਸੀਂ ਲੋਕਾਂ 'ਚ ਆਪਣਾ ਨੱਕ ਰੱਖਣ ਦੇ ਲਈ ਬਹੁਤ ਵੱਡੇ ਵੱਡੇ ਆਡੰਬਰ ਕਰਦੇ ਹਾਂ, ਬੜੇ ਬੜੇ ਤਰ੍ਹਾਂ ਦੇ ਮਤਲਬ ਰੋਟੀਆਂ ਦਾ ਇੰਤਜ਼ਾਮ ਕਰਦੇ ਹਾਂ। ਕੁਝ ਪਿੰਡਾਂ ਦੀਆਂ ਪੰਚਾਇਤਾਂ ਨੇ ਰਲ ਕੇ ਇਹਨੂੰ ਸਿੰਪਲ ਕਰਨ ਦੇ ਲਈ, ਇਹਨੂੰ ਸਾਦਾ ਕਰਨ ਲਈ ਯਤਨ ਕੀਤਾ, ਜਿਹੜਾ ਬਹੁਤ ਚੰਗਾ ਹੈ। ਅੱਜ ਪੰਜਾਬ ਦੇ ਵਿੱਚ ਇਕਨੋਮਿਕਲ ਕ੍ਰਾਈਸਿਸ ਹੈ। ਅੱਜ ਉਹ ਵੀ ਕਰਜ਼ਾ ਚੱਕ ਕੇ ਇੰਨਾ ਕੁਛ ਕਰਨ ਦੀ ਬਜਾਏ ਸਿਆਣੇ ਕਹਿੰਦੇ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਆ। ਸਾਰੇ ਘਰ 'ਚ ਇਹ ਹਾਲ ਹੈ। ਇਹ ਨਹੀਂ ਹੈਗਾ ਵੀ ਸਾਰੇ ਮਤਲਬ ਕੋਈ ਬਿਰਲਾ ਇਸ ਪ੍ਰੋਬਲਮ ਦੇ ਵਿੱਚ ਹੈ। ਸਾਰਿਆਂ ਨੂੰ ਰਲ ਕੇ ਆਪਣੀ ਜ਼ਿੰਦਗੀ ਦੇ ਜਿਹੜੇ ਉਹ ਖਰਚੇ ਕੰਟਰੋਲ ਕਰਨੇ ਚਾਹੀਦੇ ਆ। ਗੁਰੂ ਸਾਹਿਬਾਂ ਨੇ ਸਾਨੂੰ ਸਾਦਾ ਤੇ ਸੰਜਮੀ ਜੀਵਨ ਦੀ ਹਦਾਇਤ ਕੀਤੀ ਹੈ, ਔਰ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤੇ ਗੁਰੂ ਸਾਡੇ ਵਿੱਚ ਬਰਕਤ ਵੀ ਪਾਊਗਾ, ਗੁਰੂ ਦੀ ਖੁਸ਼ੀ ਵੀ ਇਹਦੇ ਵਿੱਚ ਹੋਏਗੀ, ਤੇ ਸਾਡਾ ਜੀਵਨ ਵੀ ਆਨੰਦਮਈ ਹੋਊਗਾ। ਆਨੰਦਮਈ ਆਪੇ ਹੋਣਾ। ਜੋ ਜ਼ਮੀਨ ਗਹਿਣੇ ਰੱਖ ਕੇ ਤੁਸੀਂ ਕਰਜ਼ਾ ਲੈਣਾ ਹੈ ਬੜਾ ਹਾਈ ਇੰਟਰਸਟ ਰੇਟ ਦੇ ਉੱਤੇ, ਜਦੋਂ ਉਹ ਵਾਪਸ ਨਹੀਂ ਦਿੱਤਾ ਜਾਣਾ, ਕਿਸ਼ਤਾਂ ਨਹੀਂ ਤਰਨੀਆਂ ਉਹਦੀਆਂ, ਜ਼ਮੀਨ ਦਾ ਜਿਹੜਾ ਖੇਤੀ ਦਾ ਸੌਦਾ ਇਸ ਵੇਲੇ ਘਾਟੇ ਦਾ ਹੋ ਗਿਆ ਬਿਜ਼ਨਸ ਹੈ। ਜਿੰਨਾ ਖਰਚਾ ਹੈ ਉਨੀ ਕਮਾਈ ਵਾਪਸ ਨਹੀਂ ਆਉਂਦੀ। ਘਾਟੇ ਦੇ ਖਰਚੇ 'ਚੋਂ ਕਿੱਦਾਂ ਕਿਸ਼ਤਾਂ ਦੇ ਕੇ ਅਸੀਂ ਆਪਣੇ ਕਰਜ਼ੇ ਦਾ ਲਾਵਾਂਗੇ? ਉਹਨੂੰ ਬੈਟਰ ਹੈ ਭਈ ਗੁਰੂ ਦੀ ਭਾਵਨੀ 'ਚ ਰਹਿ ਕੇ ਆਪਣੀ ਜ਼ਿੰਦਗੀ ਸਾਦੀ ਕਰ ਲਈਏ। ਦਿਖਾਵਾ ਜ਼ਰੂਰ ਕਰਨਾ, ਆਡੰਬਰ ਜ਼ਰੂਰ ਕਰਨਾ। ਆਡੰਬਰ ਨੂੰ ਤਾਂ ਗੁਰੂ ਸਾਹਿਬ ਨੇ ਪ੍ਰਵਾਨ ਹੀ ਨਹੀਂ ਕੀਤਾ। ਇਹਦੇ ਵਿੱਚ ਇਹ ਵੀ ਹੈ ਵੀ ਅਸੀਂ ਗੁਰੂ ਦੇ ਜਿਹੜਾ ਚਲਾਇਆ ਹੋਇਆ ਗਾਡੀ ਦਾ ਉਹ ਤੋਂ ਦੂਰ ਹੋ ਗਏ। ਹਾਂਜੀ, ਅਸੀਂ ਉਹਨੂੰ ਛੱਡ ਕੇ ਲੋਕ ਦਿਖਾਵਾ ਕਰਨ ਵਿੱਚ ਜ਼ਿਆਦਾ ਰੁੱਝ ਗਏ ਹਾਂ। ਤੇ ਗੁਰਬਾਣੀ ਜਦੋਂ ਅਸੀਂ ਪਾਠ ਕਰਦੇ ਹਾਂ, ਥਾਂ ਥਾਂ ਤੇ ਗੁਰੂ ਸਾਹਿਬ ਨੇ ਸਾਨੂੰ ਉਸ ਦਿਖਾਵੇ ਤੋਂ ਵਰਜਿਆ ਹੈ, ਰੋਕਿਆ ਸਾਨੂੰ ਵੀ ਇਹ ਨਾ ਕਰ। ਤੂੰ ਕਿਹਦੇ ਵਾਸਤੇ ਕਰਦਾ? ਤੂੰ ਆਪਣੇ ਅੰਦਰ ਉਤਰ। ਅਸੀਂ ਬਾਹਰ ਮੁਖੀ ਹੋ ਗਏ ਹਾਂ। ਦੋ ਕਿਸਮ ਦਾ ਜੀਵਨ ਸਿੱਖ ਦਾ ਹੁੰਦਾ, ਇੱਕ ਅੰਤਰਮੁਖੀ ਹੈ, ਇੱਕ ਬਾਹਰ ਮੁਖੀ ਹੈ। ਜਦ ਤੱਕ ਉਹ ਅੰਤਰਮੁਖੀ ਅਸੀਂ ਮਜ਼ਬੂਤ ਨਹੀਂ ਹੁੰਦੇ, ਅੰਤਰਮੁਖੀ ਨਹੀਂ ਹੁੰਦੇ, ਉਹ ਜਿਹੜਾ ਸਾਡਾ ਬਾਹਰ ਮੁਖੀ ਜੀਵਨ ਹੈ ਉਹ ਪੰਥਕ ਜੀਵਨ ਹੈ। ਪੰਥਕ ਰਵਾਇਤਾਂ ਵਿੱਚ ਰਹਿ ਕੇ ਬਾਹਰ ਮੁਖੀ ਜੀਵਨ ਜਿਉਣਾ ਅਸੀਂ, ਪਰ ਅੰਦਰੋਂ ਅਸੀਂ ਜੁੜੇ ਨਹੀਂ। ਪੰਥਕ ਰਵਾਇਤਾਂ ਨਾਲ ਅਸੀਂ ਸੰਬੰਧ ਨਹੀਂ ਜੋੜਿਆ। ਦੁਨੀਆਦਾਰਾਂ ਦੇ ਨਾਲ ਬਾਹਰ ਮੁਖੀ ਜੁੜ ਕੇ ਅਸੀਂ ਦਿਖਾਵੇ ਮਾਤਰ, ਲੋਕਾਂ ਦੀ ਦੇਖਾ ਦੇਖੀ ਬਹੁਤ ਕੁਝ ਐਸਾ ਕਰਦੇ ਹਾਂ ਜਿਹੜਾ ਕੁਝ ਕਰਨ ਤੋਂ ਗੁਰੂ ਸਾਹਿਬ ਨੇ ਸਾਨੂੰ ਰੋਕਿਆ ਸੀ। ਗੁਰੂ ਤੋਂ ਵੀ ਬੇਮੁਖ ਹੁੰਦੇ ਆ ਇਹ ਕੁਝ ਕਰਕੇ, ਤੇ ਆਪਣੇ ਵਾਸਤੇ ਵੀ ਆਉਣ ਵਾਲੇ ਸਮੇਂ ਵਾਸਤੇ ਮੁਸ਼ਕਲਾਂ ਸਹੇੜ ਬੈਠੇ ਆ। ਔਰ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਬਹੁਤਾਤ ਦੇ ਵਿੱਚ ਅਸੀਂ ਸਿਰਫ ਲੋਕ ਦਿਖਾਵਾ ਕਰਨ ਵਾਸਤੇ ਉਹ ਕੁਝ ਕਰਦੇ ਹਾਂ ਜਾਂ ਕਰ ਬੈਠੇ ਹਾਂ, ਜਿਹਦਾ ਮੁੜ ਕੇ ਭੁਗਤਾਨ ਜੋ ਅੱਜ ਪੰਜਾਬ ਦੀ ਕ੍ਰਾਈਸਿਸ ਹੈ ਉਹ ਤੁਹਾਡੇ ਸਾਹਮਣੇ ਹੈ। ਹਾਂਜੀ, ਗੁਰੂ ਤੋਂ ਬੇਮੁਖ ਹੋ ਕੇ, ਸਾਹਿਬ ਆਪ ਹੀ ਕਹਿੰਦੇ ਨੇ ਬੇਮੁਖ ਹੋਏ ਰਾਮ ਤੋਂ ਲੱਗੇ ਜਨਮ ਜੋਗ। ਸੋ ਆਪਾਂ ਗੱਲ ਉੱਥੇ ਲਿਆਈਏ ਜਿਹੜੇ ਆਪਾਂ ਸੰਸਕਾਰਾਂ ਦੀ ਗੱਲ ਕਰ ਰਹੇ ਸਨ। ਤੇ ਭਾਈ ਸਾਹਿਬ ਜੀ ਤੁਸੀਂ ਦੱਸਿਆ ਸੀ ਵੀ ਜੋ ਵਾਪਸ ਆਉਂਦੇ ਗੁਰਦੁਆਰੇ ਉਦੋਂ ਅਲਾਣੀਆਂ ਦਾ ਪਾਠ, ਹਾਂਜੀ, ਤੇ ਰਾਮਕਲੀ ਸੱਤ ਦਾ ਪਾਠ। ਹਾਂਜੀ, ਅਲਾਣੀਆਂ ਦੀ ਪਾਠ ਚਲੋ ਆਪਾਂ ਫਿਰ ਗੱਲ ਕਰਾਂਗੇ। ਅੱਜ ਗੱਲ ਕਰਦੇ ਹਾਂ ਰਾਮਕਲੀ ਸੱਤ। ਰਾਮਕਲੀ ਸੱਤ ਦੀ ਬਣਤਰ ਦੇਖੀਏ, ਉੱਤੇ ਕੋਈ ਮਹੱਲਾ ਨਹੀਂ ਲਿਖਿਆ ਪਹਿਲਾ ਜਾਂ ਦੂਜਾ ਜਿੱਦਾਂ ਆਮ ਬਾਣੀ ਦੇ ਵਿੱਚ। ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮਕਲੀ ਸੱਤ। ਹਾਂਜੀ, ਤੇ ਇਹ ਜੋ ਪੜਾਂਗੇ ਅਖੀਰ ਦੇ ਉੱਤੇ ਫਿਰ ਪਤਾ ਲੱਗੇ ਕਿਹਦੀ ਬਾਣੀ ਆ, ਕਿਹਨੇ ਉਚਾਰਨ ਕੀਤਾ। ਹਾਂ, ਕਿਹਨੀ। ਤੇ ਸੱਦ ਦਾ ਮਤਲਬ ਹੈ ਸੱਦਾ, ਕਾਲ ਕਰਨਾ, ਰਾਮਕਲੀ ਸੱਤ। ਤੇ ਇਹਦੇ ਵਿੱਚ ਆਪਾਂ ਅੱਜ ਕਿਉਂਕਿ ਸਮਾਂ ਉਹਨਾਂ ਕਿ ਥੋੜ੍ਹੀ ਇਹਦੇ ਬੈਕਗਰਾਊਂਡ ਵਿੱਚ ਜਾ ਕੇ ਫਿਲੋਸਫਿਕਲੀ ਜਿਹੜੀ ਇਹਦੀ ਮੀਨਿੰਗ ਹੈ ਰਾਮਕਲੀ ਸੱਤ ਦੀ, ਜਿਵੇਂ ਹਾਂ ਸੱਦ ਸਰਲੇਖ ਜਿਹੜਾ ਹੈ ਗੁਰੂ ਅਰਜਨ ਸਾਹਿਬ ਜੀ ਨੇ ਦਿੱਤਾ ਹੋਣਾ,
ਮੈਨੂੰ ਇਸ ਤਰ੍ਹਾਂ ਜਾਪਦਾ ਹੈ। ਜੀ ਆਨੰਦ ਸਾਹਿਬ ਤੋਂ ਬਾਅਦ ਇਮੀਡੀਏਟਲੀ ਬਾਅਦ ਦੇ ਵਿੱਚ ਇਹ ਬਾਣੀ ਦਰਜ ਹੈ। 923 ਤੇ 924 ਅੰਕ ਤੋਂ ਅੰਕ ਦੇ ਉੱਤੇ ਇਹ 6 ਪੌੜੀਆਂ ਦੀ ਬਾਣੀ ਹੈ ਜਿਹੜੀ ਦਰਜ ਹੈ। ਬਾਬਾ ਸੁੰਦਰ ਜੀ ਦੀ ਇਸ ਕਰਕੇ ਸਾਨੂੰ ਪਤਾ ਹੈ ਕਿ ਅਖੀਰ ਤੇ ਬਾਬਾ ਸੁੰਦਰ ਜੀ ਦਾ ਨਾਮ ਆਉਂਦਾ ਹੈ ਤੇ ਬਾਬਾ ਸੁੰਦਰ ਜੀ ਜਿਹੜੇ ਨੇ ਉਹ ਧੰਨ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਨੇ। ਉਸ ਵੇਲੇ ਜੋ ਕੁਝ ਹੋਇਆ ਹੈ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਉਹ ਬਾਬਾ ਸੁੰਦਰ ਜੀ ਨੇ ਕਵਿਤਾ ਰੂਪ ਦੇ ਵਿੱਚ 6 ਪੌੜੀਆਂ ਦੇ ਵਿੱਚ ਇਹ ਦਰਜ ਕੀਤੀ ਤੇ ਇਹਦਾ ਸਿਰਲੇਖ ਰੱਖਿਆ ਸਦ। ਰਾਮਕਲੀ ਇਸ ਕਰਕੇ ਕਿਉਂਕਿ ਰਾਮਕਲੀ ਰਾਗ ਦੇ ਵਿੱਚ ਹੈ। ਬਾਣੀ ਦਾ ਨਾਂ ਇਹ ਵੀ ਆਥੈਂਟਿਸਿਟੀ ਹੈ ਕਿਉਂਕਿ ਪੜਪੋਤੇ ਹੋਣ ਕਰਕੇ ਉਹ ਉੱਥੇ ਸੀ। ਹਾਂ, ਉਹਨਾਂ ਆਪਣੇ ਕੰਨੀ ਸੁਣਿਆ। ਬਾਣੀ ਦਾ ਜਿਹੜਾ ਨਾਂ ਹੈ ਉਹ ਸਿਰਫ ਸਦ ਹੈ। ਜੀ ਜਿਵੇਂ ਬਾਣੀ ਆਉਂਦੀ ਹੈ ਦੱਖਣੀ ਓੰਕਾਰ, ਜੀ ਬਾਣੀ ਦਾ ਨਾਂ ਓੰਕਾਰ ਹੈ। ਦੱਖਣੀ ਬੰਤਰ ਰਾਗ ਹੈ, ਉਸ ਰਾਗ ਦਾ ਦੱਖਣੀ ਪਾਰਟ ਦੇ ਵਿੱਚ ਓੰਕਾਰ ਬਾਣੀ ਦਰਜ ਕੀਤੀ ਹੈ। ਇਸੇ ਤਰ੍ਹਾਂ ਰਾਮਕਲੀ ਰਾਗ ਦੇ ਵਿੱਚ ਇਹ ਬਾਣੀ ਦਰਜ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਸੁੰਦਰ ਜੀ ਦੀ ਉਚਾਰਨ ਕੀਤੀ ਹੋਈ ਕਾਵਕ ਰੂਪ ਦੇ ਵਿੱਚ ਤੇ ਬਾਣੀ ਦਾ ਨਾਂ ਹੈ ਸਦ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸੋਹਲੇ ਦਾ ਪਾਠ ਕਰਨ ਸਮੇਂ ਅਸੀਂ ਪੜ੍ਹਦੇ ਹਾਂ ਨਾ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਜੀ ਘਰ ਘਰ ਇਹੋ ਪਹੁੰਚਾ, ਪਹੁੰਚਾ ਦਾ ਮਤਲਬ ਹੈ ਸੱਦਾ, ਚਿੱਠੀ। ਵੀ ਉਹ ਜਿਹੜੀ ਚਿੱਠੀ ਆ ਨਾ ਸਾਹੇ ਦੀ, ਸਭਨਾ ਸਹੁਰੇ ਬੰਝਣਾ ਸਭ ਮੁਕਲਾਵਣ ਹਾਰ। ਵੀ ਜਿਹੜਾ ਸਾਹੇ ਦਾ ਦਿਨ ਆ ਨਾ ਚੱਲਣ ਦਾ, ਇੱਥੋਂ ਇਸ ਸੰਸਾਰ ਤੋਂ ਕੂਚ ਕਰਨ ਦਾ, ਉਹਦਾ ਸੱਦਾ ਆਉਂਦਾ, ਚਿੱਠੀ ਆਉਂਦੀ ਹੈ, ਸਾਹਾ ਚਿੱਠੀ ਜਿਹੜੀ ਹੈ। ਤੇ ਇਹ ਸਾਡੇ ਆਸ-ਪਾਸ ਹਰ ਰੋਜ਼ ਸੱਦੇ ਪੈ ਰਿਹਾ। ਸੱਦਣ ਹਾਰਾ ਸਿਮਰੀ ਹੈ ਨਾਨਕ ਸੇ ਦੇ ਆਵਨ। ਇਹ ਨਾਨਕ ਉਹ ਦਿਨ ਨੇੜੇ ਆਉਣ ਵਾਲਾ ਹੈ ਜਿਹੜਾ ਸੱਦਾ ਹੀ ਭੇਜਦਾ ਹੈ। ਇਸ ਕਰਕੇ ਸੱਦਾ ਭੇਜਣ ਵਾਲੇ ਨੂੰ ਚੇਤੇ ਕਰ ਲਾ, ਅਕਾਲ ਪੁਰਖ ਨੂੰ ਚੇਤੇ ਕਰ ਲਾ। ਸੱਦ ਇਹਦੇ ਵਿੱਚ ਗੁਰੂ ਸਾਹਿਬ ਜੀ ਨੇ, ਧੰਨ ਗੁਰੂ ਅਮਰਦਾਸ ਜੀ ਨੇ, ਗੁਰੂ ਅਮਰਦਾਸ ਜੀ ਆਪ ਉਸ ਅਕਾਲ ਪੁਰਖ ਦੇ ਨਾਲ ਇੱਕਮਿਕ ਨੇ। ਇਹਦੇ ਵਿੱਚ ਕਿਸੇ ਨੂੰ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ। ਜਦੋਂ ਅਸੀਂ ਇਸ ਬਾਣੀ ਦਾ ਪਾਠ ਕਰਦੇ ਹਾਂ ਤੇ ਇਵੇਂ ਲੱਗਦਾ ਹੈ ਕਿ ਗੁਰੂ ਅਮਰਦਾਸ ਜੀ ਸਾਨੂੰ ਕਹਿੰਦੇ ਨੇ ਕਿ ਤੁਸੀਂ ਜੇ ਜੁੜੋਗੇ ਤੇ ਆ ਹੋਏਗਾ। ਪਰ ਇੱਥੇ ਗੱਲ ਗੁਰੂ ਅਮਰਦਾਸ ਜੀ ਦੀ ਹੋ ਰਹੀ ਹੈ। ਇਸ ਅਰਥ ਕਰਨ ਸਮੇਂ ਵਿਆਕਰਨ ਦੇ ਵਿੱਚ ਜਿਹੜੇ ਸਿੰਗੂਲਰ ਪਲੂਰਲ ਉਹਦਾ ਬਹੁਤ ਧਿਆਨ ਰੱਖਣਾ ਪਊਗਾ। ਪੰਕਚੁਏਸ਼ਨ ਹੈ ਜਿਹੜੀ, ਵਿਸ਼ਰਾਮ ਹੈ ਉਹਦਾ, ਤੇ ਉਚਾਰਨ ਦਾ ਧਿਆਨ ਬਹੁਤ ਰੱਖਣਾ ਪਊਗਾ। ਫਿਰ ਇਹ ਜਿਹੜੀ ਗੱਲ ਹੈ ਉਹ ਸਾਡੇ ਵਾਸਤੇ ਸੌਖੀ ਹੋਣੀ ਹੈ। ਜਿਵੇਂ ਜਗ ਦਾਤਾ ਸੋਏ ਭਗਤ ਬਛਲ ਤਹਿ ਲੋਏ ਜਿਉ। ਜਗ ਦਾਤਾ ਸੋਏ, ਜਗਤ ਵਿੱਚ ਦਾਤਾਂ ਦੇਣ ਵਾਲਾ ਸਿਰਫ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਤਹਿ ਲੋਏ ਜਿਉ, ਤਿੰਨਾਂ ਲੋਕਾਂ ਦੇ ਵਿੱਚ। ਇੱਥੇ ਤਿੰਨ ਲੋਕ ਅਸੀਂ ਸਿਰਫ ਸੀਮਤ ਨਹੀਂ ਹੈ ਤਿੰਨ ਲੋਕ। ਇਹ ਇੱਕ ਕੀ ਕਹਿੰਦੇ, ਇੱਕ ਪ੍ਰਚਲਿਤ, ਇੱਕ ਉਥਾਨਕਾ ਹੈ, ਇੱਕ ਉਦਾਹਰਣ ਹੈ ਕਿ ਤਿੰਨਾਂ ਲੋਕਾਂ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਹੀ ਉਹ ਜੀਵਾਂ ਨੂੰ ਜਿਹੜਾ ਦਾਤਾਂ ਦੇਣ ਵਾਲਾ ਵਾਹਿਗੁਰੂ ਹੈ ਉਹ ਆਪ ਹੀ ਹੈ। ਤੇ ਉਹ ਭਗਤ ਬਛਲ ਹੈ। ਬਛਲ ਹੁੰਦਾ ਹੈ ਪਿਆਰ ਕਰਨ ਵਾਲਾ। ਉਹ ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ ਉਹ ਹੀ ਸਾਰੇ ਸੰਸਾਰ ਨੂੰ ਦਾਤਾਂ ਦਿੰਦਾ ਹੈ। ਜੀ ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਈ ਜਿਉ। ਗੁਰੂ ਅਮਰਦਾਸ ਜੀ, ਇਹ ਸਾਇਲੈਂਸ ਹੈ ਇੱਥੇ ਕਿਉਂ ਗੱਲ ਗੁਰੂ ਅਮਰਦਾਸ ਜੀ ਦੀ ਹੋ ਰਹੀ ਹੈ। ਗੁਰੂ ਦੇ ਸ਼ਬਦ ਰਾਹੀਂ ਉਸ ਭਗਤ ਬਛਲ ਅਕਾਲ ਪੁਰਖ ਦੇ ਵਿੱਚ ਹਮੇਸ਼ਾ ਸਮਾਏ ਰਹੇ। ਜੀ ਸਮਾਵੈ ਜਿਹੜਾ ਇਹ ਫਿਊਚਰ ਟੈਂਸ ਨਹੀਂ ਹੈ, ਇਹ ਪ੍ਰੈਜ਼ੈਂਟ ਹੈ। ਸਮਾਏ ਰਹੇ ਜੀ, ਉਹ ਪੂਰਨ ਤੌਰ ਤੇ ਉਹ ਵਾਹਿਗੁਰੂ ਜਿਹੜਾ ਤਿੰਨਾਂ ਲੋਕਾਂ ਦੇ ਵਿੱਚ ਭਗਤ ਬਛਲ ਹੈ, ਭਗਤਾਂ ਨੂੰ ਪਿਆਰ ਕਰਨ ਵਾਲਾ ਤੇ ਸਾਰੇ ਸੰਸਾਰ ਨੂੰ ਦਾਤਾਂ ਦੇਣ ਵਾਲਾ ਹੈ, ਉਸ ਵਾਹਿਗੁਰੂ ਦੇ ਵਿੱਚ ਗੁਰੂ ਦੇ ਸ਼ਬਦ ਰਾਹੀਂ ਪੂਰਨ ਤੌਰ ਦੇ ਉੱਤੇ ਸਮਾਏ ਰਹੇ, ਅਵਰ ਨਾ ਜਾਣੇ ਕੋਈ ਜਿਉ। ਤੇ ਉਹ ਉਸ ਅਕਾਲ ਪੁਰਖ ਤੋਂ ਬਗੈਰ ਕਿਸੇ ਹੋਰ ਨੂੰ ਨਹੀਂ ਜਾਣਦੇ ਸਨ। ਮਤਲਬ ਉਹਨਾਂ ਦਾ ਜਿਹੜਾ ਵਿਸ਼ਵਾਸ ਸੀ ਉਹ ਸਿਰਫ ਅਕਾਲ ਪੁਰਖ ਤੋਂ ਬਗੈਰ ਹੋਰ ਕਿਸੇ ਵਿੱਚ ਨਹੀਂ ਸੀ। ਬੇਸ਼ੱਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ 21 ਸਾਲ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਰਹੇ, ਪਰ ਇੱਥੇ ਉਹ ਪੂਰਨ ਤੌਰ ਤੇ ਗੁਰੂ ਦੇ ਸ਼ਬਦ ਰਾਹੀਂ ਉਸ ਭਗਤ ਵਸ਼ਲ ਵਾਹਿਗੁਰੂ ਪਰਮਾਤਮਾ ਦੇ ਵਿੱਚ ਪੂਰਨ ਤੌਰ ਤੇ ਸਮਾਏ ਹੋਏ ਸੀ ਤੇ ਹੋਰ ਕਿਸੇ ਨੂੰ ਨਹੀਂ ਜਾਣਦੇ ਸੀ। ਅਵਰੋ ਨਾ ਜਾਣੇ ਸ਼ਬਦ ਗੁਰ ਕੇ ਏਕ ਨਾਮ ਧਿਆਵੈ। ਅਵਰੋ
ਗੁਰੂ ਦੇ ਸ਼ਬਦ ਤੋਂ ਬਗੈਰ ਕਿਸੇ ਨੂੰ ਨਹੀਂ ਸੀ ਮੰਨਦੇ। ਅਵਰੋ ਨਾ ਜਾਣੇ ਸ਼ਬਦ ਗੁਰ ਕੇ, ਗੁਰੂ ਦੇ ਸ਼ਬਦ ਤੋਂ ਬਗੈਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਹੋਰ ਕਿਸੇ ਨੂੰ ਪਛਾਣਦੇ ਵੀ ਨਹੀਂ ਸੀ। ਸਿਰਫ ਗੁਰੂ ਦੇ ਸ਼ਬਦ ਰਾਹੀਂ ਉਹ ਇੱਕ ਨਾਮ ਦੇ ਵਿੱਚ ਹੀ ਜੁੜੇ ਰਹਿੰਦੇ ਸਨ। ਪ੍ਰਸ਼ਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੈ। ਗੁਰੂ ਨਾਨਕ ਦੇਵ ਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੇ ਉਹ ਬਹੁਤ ਉੱਚੀ ਆਤਮਿਕ ਅਵਸਥਾ ਜਿਹੜੀ ਸੀ ਉਹ ਪ੍ਰਾਪਤ ਕੀਤੀ ਜੀ। ਉੱਚੀ ਆਤਮਿਕ ਅਵਸਥਾ ਪ੍ਰਾਪਤ ਕੀਤੀ ਤੇ ਉਹਦੇ ਨਾਲ ਹੀ ਉੱਚੀ ਅਵਸਥਾ ਗੁਰਗੱਦੀ ਦੀ ਅਵਸਥਾ, ਗੁਰੂ ਨਾਨਕ ਦੀ ਜੋਤ ਦੀ ਤੀਸਰੀ ਜਿਹੜੀ ਸਰੀਰ ਹੈ ਉਹ ਅਵਸਥਾ ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਕੀਤੀ। ਇਹ ਸ਼ਬਦ ਜਿਹੜਾ ਹੈ ਇਹ ਧਿਆਨ ਰੱਖਣ ਯੋਗ ਹੈ ਡਾਕਟਰ ਸਾਹਿਬ ਜੀ। ਗੁਰੂ ਅਮਰਦਾਸ ਜਿਹੜੇ ਇੱਕ ਪਲ ਲਈ ਵੀ ਕਿਸੇ ਅਕਾਲ ਪੁਰਖ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਪਛਾਣਦੇ ਤੇ ਉਹਦੇ ਵਿੱਚ ਸਮਾਏ ਹੋਏ ਨੇ। ਤੇ ਸਮਾਉਣ ਦਾ ਤਰੀਕਾ ਜਿਹੜਾ ਗੁਰੂ ਦਾ ਸ਼ਬਦ ਹੈ ਤੇ ਉਹ ਤਦ ਹੈ ਕਿਉਂਕਿ ਉਹਨਾਂ ਦੇ ਉੱਤੇ ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਤਾਂ ਉਹ ਇੰਨੀ ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਹੋ ਸਕੇ ਜੀ। ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ। ਜਦੋਂ ਫਿਰ ਹਕਾਰਾ ਸੱਦਾ ਜੀ, ਸੁਨੇਹਾ ਦੇਣ ਵਾਲਾ, ਚੱਲਣ ਵਾਲਾ ਚੱਲਣ ਵਾਸਤੇ, ਹਰ ਰਾਮ ਨਾਮ ਸਮਾਇਆ। ਤੇ ਉਸ ਵੇਲੇ ਧੰਨ ਗੁਰੂ ਅਮਰਦਾਸ ਜੀ ਜਿਹੜੇ ਹਰੀ ਦੇ ਨਾਮ ਦੇ ਵਿੱਚ ਪੂਰਨ ਤੌਰ ਤੇ ਸਮਾਏ ਹੋਏ ਸਨ ਉਹਨਾਂ ਨੂੰ ਇਸ ਸੰਸਾਰ ਤੋਂ ਚੱਲਣ ਵਾਸਤੇ ਸੱਦਾ ਆ ਗਿਆ ਜੀ। ਇਹ ਬਹੁਤ ਸੂਖਸ਼ਮ ਨੇ ਗੱਲਾਂ ਇਹ ਵੀ ਪੂਰਨ ਤੌਰ ਤੇ ਸਮਾਏ ਹੋਏ ਰਾਮ ਦੇ ਰੱਬ ਦੇ ਅਕਾਲ ਪੁਰਖ ਦੇ ਨਾਮ ਦੇ ਵਿੱਚ ਲੀਨ ਹੋਏ ਸਮਾਏ ਹੋਏ ਧੰਨ ਗੁਰੂ ਅਮਰਦਾਸ ਜੀ ਨੂੰ ਇਸ ਸੰਸਾਰ ਤੋਂ ਚੱਲਣ ਵਾਸਤੇ ਸੱਦਾ ਆ ਗਿਆ ਜੀ। ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ। ਜਹਾਨ ਵਿੱਚ ਰਹਿੰਦਿਆਂ ਅਮਰ ਮੌਤ ਰਹਿਤ, ਅਮਰ ਜਿਹੜਾ ਮਰਦਾ ਨਹੀਂ, ਅਟਲ ਜਿਹੜਾ ਡੋਲਦਾ ਨਹੀਂ, ਜਿਹੜਾ ਬਿਲਕੁਲ ਅਟਲ ਹੈ ਇੱਧਰ ਉੱਧਰ ਨਹੀਂ ਹੁੰਦਾ, ਅਤੋਲ ਜਿਹੜਾ ਤੋਲਿਆ ਨਹੀਂ ਜਾ ਸਕਦਾ ਜੀ, ਠਾਕੁਰ ਪ੍ਰਮਾਤਮਾ ਭਗਤ ਤੇ ਹਰ ਪਾਇਆ। ਇਹ ਅਵਸਥਾ ਜਿਹੜੀ ਸੀ ਉਹਨਾਂ ਨੇ ਉਸ ਵਾਹਿਗੁਰੂ ਪ੍ਰਮਾਤਮਾ ਦੀ ਭਗਤੀ ਰਾਹੀਂ ਇਹ ਪ੍ਰਾਪਤ ਕੀਤੀ। ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੀ ਅਟਲ ਅਮਰ ਅਟਲ ਅਤੋਲ ਦੀ ਜਿਹੜੀ ਅਵਸਥਾ ਸੀ ਉਹ ਪ੍ਰਭੂ ਦੀ ਭਗਤੀ ਕਰਦਿਆਂ ਇਸ ਸੰਸਾਰ 'ਚ ਰਹਿੰਦਿਆਂ ਗੁਰੂ ਅਮਰਦਾਸ ਜੀ ਨੇ ਪ੍ਰਾਪਤ ਕੀਤੀ ਜੀ। ਇਹ ਪਹਿਲੀ ਪੌੜੀ ਇੱਥੇ ਖਤਮ ਹੋ ਜਾਂਦੀ ਆ। ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ। ਸਮਾਂ ਆਪਣਾ ਖਤਮ ਹੋ ਜਾਣਾ, ਅਗਲੀ ਪੌੜੀ ਜੋਗਾ ਸ਼ਾਇਦ ਬਚਣਾ ਨਹੀਂ, ਜੇ ਕਹੋ ਤਾਂ ਸ਼ੁਰੂ ਕਰ ਲਈਏ, ਨਹੀਂ ਤਾਂ ਜੀ ਅਗਲੇ ਹਫਤੇ ਅਗਲੀ ਪੌੜੀ। ਤੇ ਇੱਕ ਦੋ ਤੁਹਾਨੂੰ ਈਮੇਲਾਂ ਵੀ ਆਏ ਸਨ, ਉਹਨਾਂ ਦੇ ਵੀ ਜਵਾਬ ਤੁਸੀਂ ਦੇਣੇ ਨੇ ਤੇ ਉਹਨਾਂ ਉਹ ਵੀ ਡੀਕਦੇ ਹੋਣਗੇ। ਜਦੋਂ ਪਿਛਲੀ ਵਾਰੀ ਆਪਾਂ ਅਨਾਉਂਸ ਕਰਕੇ ਗਏ ਸੀ ਨਾ ਤੁਹਾਡੇ ਨੇਪਾਲ ਜਾਣ ਤੋਂ ਪਹਿਲਾਂ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਰਾਮਕਲੀ ਰਾਗ ਦੀ ਇਹ ਬਾਣੀ ਸਦ ਬਾਣੀ ਦੇ ਉੱਤੇ ਗੱਲ ਕਰਨੀ ਆ, ਤੇ ਉਹਨਾਂ ਈਮੇਲ ਕਰਕੇ ਉਚੇਚੇ ਤੌਰ ਤੇ ਕਿਹਾ ਵੀ ਸਿਰਫ ਬਾਣੀ ਦੇ ਅਰਥ ਹੀ ਨਾ ਕਰਿਓ, ਉਹਦੇ ਪਿੱਛੇ ਜਿਹੜੀ ਫਿਲਾਸਫੀ ਹੈ ਜਿਹਦੀ ਆਪਾਂ ਗੱਲ ਕੀਤੀ ਅੱਜ, ਮੌਤ ਦੀ ਫਿਲਾਸਫੀ, ਜਦੋਂ ਜਨਮ ਦੀ ਗੱਲ ਕਰਾਂਗੇ ਫਿਰ ਜਨਮ ਦੀ ਫਿਲਾਸਫੀ ਦੀ ਵੀ ਗੱਲ ਕਰਾਂਗੇ, ਅੰਮ੍ਰਿਤ ਦੀ ਵੀ ਕਰਾਂਗੇ, ਆਨੰਦ ਕਾਰਜ ਦੀ ਵੀ ਕਰਾਂਗੇ। ਉਹਨਾਂ ਦੀ ਇਹ ਬੇਨਤੀ ਸੀ, ਹਦਾਇਤ ਸੀ ਸਾਡੇ ਵਾਸਤੇ, ਤਾਂ ਹਦਾਇਤ ਆ ਸਾਡੇ ਦਰਸ਼ਕਾਂ ਦੀ ਜੀ ਜੀ ਭਈ ਤੁਹਾਡਾ ਪ੍ਰੋਗਰਾਮ ਸਿੱਖ ਫਿਲਾਸਫੀ ਹੈ, ਜਿਹੜਾ ਉਹਦਾ ਫਿਲਾਸਫੀਕਲ ਐਸਪੈਕਟ ਹੈ ਮੌਤ ਦਾ, ਜਿਹਦੇ ਬਾਰੇ ਅਸੀਂ ਆਮ ਤੌਰ ਤੇ ਗੱਲ ਨਹੀਂ ਕਰਦੇ, ਉਹਦੀ ਗੱਲ ਜ਼ਰੂਰ ਕਰਿਓ। ਆਪਾਂ ਡਾਕਟਰ ਸਾਹਿਬ ਕੋਸ਼ਿਸ਼ ਕੀਤੀ ਹੈ ਕਿ ਥੋੜ੍ਹੀ ਜਿਹੀ ਉਹਦੀ ਜਿਹੜੀ ਬੈਕਗਰਾਊਂਡ ਸੀ ਉਹਨੂੰ ਕਵਰ ਕਰਨ ਦਾ ਯਤਨ ਕੀਤਾ ਹੈ। ਹੁਣ ਜਦੋਂ ਅਸੀਂ ਸੱਦ ਦੀ ਗੱਲ ਕਰਦੇ ਜਾਵਾਂਗੇ, ਇਹਦੇ ਵਿੱਚ ਗੁਰੂ ਅਮਰਦਾਸ ਜੀ ਨੇ ਉਸ ਵੇਲੇ ਆਪਣੇ ਸਿੱਖਾਂ ਨੂੰ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕੁਝ ਹਦਾਇਤਾਂ ਵੀ ਕੀਤੀਆਂ ਨੇ ਜੀ ਕਿ ਤੁਸੀਂ ਮੇਰਾ ਸਰੀਰ ਛੱਡ ਜਾਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ। ਜਦੋਂ ਅਸੀਂ ਉਹਨਾਂ ਦੀਆਂ ਗੱਲਾਂ ਉਹ ਕਰਾਂਗੇ ਜਦੋਂ, ਉਦੋਂ ਹੀ ਉਹਦੇ ਨਾਲ ਜਿਹੜੀਆਂ ਪ੍ਰਚਲਿਤ ਰੀਤਾਂ ਸੀਗੀਆਂ ਉਸ ਵੇਲੇ ਦੀਆਂ, ਜਾਂ ਜਿਹੜੀਆਂ ਕੁਝ ਅੱਜ ਅਸੀਂ ਅਪਣਾ ਲਈਆਂ, ਅਡਾਪਟ ਕਰ ਲਈਆਂ ਬਗੈਰ ਕਿਸੇ ਕਾਰਨ ਤੇ, ਉਹਨਾਂ ਦੀ ਗੱਲ ਉਦੋਂ ਕਰਾਂਗੇ ਅਸੀਂ ਨਾਲੋਂ ਨਾਲ। ਤੇ ਜਦੋਂ ਰਾਦਰ ਦੈਨ ਕਿ ਅਸੀਂ ਇੱਕ ਪ੍ਰੋਗਰਾਮ ਸਿਰਫ ਫਿਲਾਸਫੀ ਦਾ ਕਰਕੇ ਬਾਕੀ ਸਿਰਫ ਅਰਥਾਂ ਦੀ ਗੱਲ ਕਰ ਲੈਂਦੇ, ਅੱਜ ਅਸੀਂ ਇਸ ਤਰੀਕੇ ਨਾਲ ਕਰਨ ਦਾ ਯਤਨ ਕੀਤਾ ਹੈ ਕਿ ਉਹਨੂੰ ਮਿਕਸ ਕਰ ਲਿਆ ਜਾਏ।
ਜਿਵੇਂ ਜਿਵੇਂ ਸਾਦੀ ਗੱਲ ਅਸੀਂ ਕਰਾਂਗੇ ਅਗਲੀਆਂ 5 ਪੌੜੀਆਂ ਦੇ ਵਿੱਚ, ਉਹਦੇ ਨਾਲ ਨਾਲ ਜਿਹੜੇ ਸਾਡੇ ਅਸੀਂ ਕਰਦੇ ਹਾਂ ਮਰਨ ਤੋਂ ਬਾਅਦ, ਉਹਨਾਂ ਦਾ ਜਿਹੜਾ ਉਹਦਾ ਜਿਹੜਾ ਪਿਛੋਕੜ ਹੈ, ਉਹਨਾਂ ਦੀ ਜਿਹੜੀ ਬੈਕਗਰਾਊਂਡ ਹੈ, ਉਹਨਾਂ ਦੀ ਵੀ ਆਪਾਂ ਡਾਕਟਰ ਸਾਹਿਬ ਗੱਲ ਕਰਾਂਗੇ। ਔਰ ਮੈਨੂੰ ਹੈਰਾਨੀ ਹੋਈ ਕਿ ਜਦੋਂ ਆਪਾਂ ਅਨਾਊਂਸ ਕੀਤਾ ਤੇ ਸਾਡੇ ਦਰਸ਼ਕਾਂ ਨੇ ਨਾ, ਬਹੁਤ ਸਾਰਿਆਂ ਨੇ ਮਤਲਬ ਬਹੁਤ ਪਸੰਦ ਕੀਤੀ ਗੱਲ ਇਹ। ਇੱਕ ਨੇ ਤੇ ਕਿਹਾ ਵੀ ਥੈਂਕਸ ਗੋਡ, ਐਟ ਲਾਸਟ ਹੁਣ ਤੁਹਾਨੂੰ ਚੇਤਾ ਆ ਗਿਆ, ਤੁਸੀਂ ਇੰਨੇ ਚਿਰ ਦਾ ਵਾਅਦਾ ਕਰਦੇ ਸੀਗੇ, ਹੁਣ ਤੁਹਾਨੂੰ ਯਾਦ ਆ ਗਿਆ, ਤੁਸੀਂ ਕਰਨ ਲੱਗੇ ਹੋ। ਸਾਡਾ ਮਕਸਦ ਇੱਥੇ ਇਹ ਨਹੀਂ ਹੁੰਦਾ ਭਈ ਆ ਕੇ ਕਿਸੇ ਚੱਲ ਰਿਹਾ ਜਿਹੜਾ ਸਿਸਟਮ ਹੈ ਉਹਨੂੰ ਕੰਡੈਮ ਕਰਨਾ, ਉਹਦਾ ਵਿਰੋਧ ਕਰਨਾ, ਜਾਂ ਬਹੁਤ ਡੂੰਘੀਆਂ ਗੱਲਾਂ ਕਰਕੇ ਆਪਣੀ ਵਿਦਵਤਾ ਦਾ ਪ੍ਰਭਾਵ ਆਪਣੇ ਦਰਸ਼ਕਾਂ ਦੇ ਉੱਤੇ ਪਾਉਣਾ। ਬਹੁਤ ਸਾਰੇ ਦਰਸ਼ਕੀ ਜਦੋਂ ਸਾਨੂੰ ਈਮੇਲ ਕਰਦੇ ਨੇ ਤੇ ਉਹ ਇਹ ਕਹਿੰਦੇ ਨੇ ਵੀ ਜਿਸ ਤਰੀਕੇ ਨਾਲ ਤੁਸੀਂ ਗੱਲ ਕਰਦੇ ਹੋ ਸਾਨੂੰ ਸੌਖੀ ਸਮਝ ਆ ਜਾਂਦੀ ਹੈ। ਸ਼ਾਇਦ ਇਸ ਕਰਕੇ ਡਾਕਟਰ ਸਾਹਿਬ ਆਪਾਂ ਨਾ ਤੇ ਇਸ ਪ੍ਰੋਗਰਾਮ ਦੇ ਵਿੱਚ ਕਥਾ ਕਰਦੇ ਹਾਂ ਜੀ। ਕਥਾ ਆਪਣੇ ਆਪ ਦੇ ਵਿੱਚ ਬਹੁਤ ਉੱਚੀ ਅਵਸਥਾ ਹੈ, ਉੱਚੀ ਚੀਜ਼ ਹੈ, ਪਰ ਕਿਉਂਕਿ ਆਪਾਂ ਗੱਲਾਂ ਕਰਦੇ ਹਾਂ ਇਸ ਤਰੀਕੇ ਦੇ ਨਾਲ, ਕੋਸ਼ਿਸ਼ ਆਪਾਂ ਇਹ ਕਰਦੇ ਹਾਂ ਵੀ ਜਿਹੜਾ ਸਾਡਾ ਦਰਸ਼ਕ ਹੈ ਉਹ ਆਪਣੇ ਆਪ ਨੂੰ ਇਹਦੇ ਨਾਲ ਲਿੰਕ ਕਰ ਸਕੇ, ਉਹ ਇਹ ਮਹਿਸੂਸ ਕਰ ਸਕੇ ਇਹ ਗੱਲ ਮੇਰੀ ਹੋ ਰਹੀ ਹੈ। ਜਦੋਂ ਇਹ ਗੱਲ ਮਹਿਸੂਸ ਹੋਏਗੀ ਵੀ ਮੇਰੀ ਗੱਲ ਹੋ ਰਹੀ ਹੈ, ਫਿਰ ਉਹ ਇਸ ਗੱਲ ਨੂੰ ਧਿਆਨ ਨਾਲ ਸੁਣੇਗਾ, ਫਿਰ ਉਹ ਜਿਹੜਾ ਗੁਰਬਾਣੀ ਨੇ ਸਾਨੂੰ ਸੁਨੇਹਾ ਦਿੱਤਾ ਹੈ ਉਹਨੂੰ ਸੁਣੇਗਾ ਵੀ, ਤੇ ਉਸ ਤੋਂ ਬਾਅਦ ਵਿੱਚ ਆਪ ਵੀ ਉਹ ਗੁਰਬਾਣੀ ਨੂੰ ਪੜ੍ਹ ਕੇ, ਪਾਠ ਕਰਕੇ, ਉਹਨੂੰ ਵਿਚਾਰ ਕੇ ਆਪ ਵੀ ਹੋਰ ਸਮਝਣ ਦਾ ਯਤਨ ਕਰੇਗਾ। ਸਾਡਾ ਜਿਹੜਾ ਨਿਸ਼ਾਨਾ ਹੈ ਜੀ ਸਿੱਖ ਚੈਨਲ ਦਾ ਵੀ ਇਹੀ ਨਿਸ਼ਾਨਾ ਹੈ ਭਈ ਅਸੀਂ ਜਿਹੜਾ ਖਾਸ ਕਰਕੇ ਸਾਡੀ ਜਿਹੜੀ ਸੰਗਤ ਹੈ, ਸਿੱਖ ਸੰਗਤ ਹੈ ਜਿਹੜੀ, ਉਹਨਾਂ ਦੇ ਵਿੱਚ ਜਿਹੜੇ ਕਿਸੇ ਕਾਰਨ ਕਰਕੇ ਅਗਿਆਨਤਾ ਵਸ ਜਾਂ ਕਿਸੇ ਹੋਰ ਕਾਰਨ ਕਰਕੇ ਗੁਰਬਾਣੀ ਤੋਂ ਦੂਰ ਚਲੇ ਗਏ, ਅਸੀਂ ਗੁਰਬਾਣੀ ਦੇ ਅਰਥਾਂ ਤੋਂ, ਗੁਰਬਾਣੀ ਦਾ ਜਿਹੜਾ ਮਕਸਦ ਹੈ, ਗੁਰਬਾਣੀ ਦੇ ਜਿਹੜੇ ਅਰਥ ਭਾਵ ਹੈ ਉਹ ਤੋਂ ਦੂਰ ਚਲੇ ਗਏ, ਉਹਨੂੰ ਵਾਪਸ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਹੈ। ਤੇ ਬਾਕੀ ਕਿਰਪਾ ਗੁਰੂ ਨੇ ਕਰਨੀ ਹੁੰਦੀ ਹੈ, ਆਪਾਂ ਸਿਰਫ ਉਦਮ ਕਰਨਾ ਹੈ। ਜਿੱਦਾਂ ਉਦਮ ਕਰਦੇ ਜਾਵਾਂਗੇ ਉੱਦਾਂ ਉਹਦਾ ਗੁਰੂ ਬਖਸ਼ਿਸ਼ ਕਰਦੇ ਜਾਣਗੇ, ਜਿੱਦਾਂ ਦਾ ਗੁਰੂ ਬਖਸ਼ਿਸ਼ ਕਰਨਗੇ ਉਹਦਾ ਬਾਣੀ ਵਿੱਚੋਂ ਸਵਾਦ ਆਉਣਾ ਸ਼ੁਰੂ ਹੋ ਜਾਊਗਾ, ਜਿੱਦਾਂ ਦਾ ਸਵਾਦ ਆਉਣਾ ਸ਼ੁਰੂ ਹੋਊਗਾ ਉਹਦੇ ਵਿਚਾਰ ਕਰਦੇ ਜਾਵਾਂਗੇ ਤਾਂ ਜ਼ਿੰਦਗੀ 'ਚ ਆਨੰਦ ਆਉਣਾ ਸ਼ੁਰੂ ਹੋ ਜਾਊਗਾ, ਖੇੜਾ ਆਉਣਾ ਸ਼ੁਰੂ ਹੋ ਜਾਊਗਾ, ਫਿਰ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਹੱਲ ਹੋਣੀ ਸ਼ੁਰੂ ਹੋ ਜਾਣਗੀਆਂ। ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਸ ਸਾਡਾ ਜੀਵਨ ਜੋ ਪ੍ਰੈਜ਼ੈਂਟ ਟੈਂਸ ਹੈ, ਜਿਸ ਤਰ੍ਹਾਂ ਅਸੀਂ ਜੀ ਰਹੇ ਹਾਂ, ਜੋ ਸਾਡਾ ਵਾਤਾਵਰਨ ਹੈ ਉਹਦੀ ਗੱਲ ਕੀਤੀ ਜਾਵੇ, ਬਜਾਏ ਕਿ ਅਸੀਂ ਬ੍ਰਹਮ ਗਿਆਨ ਦੀ ਗੱਲ ਕਰੀਏ ਤਾਂ ਸਿਰ ਦੇ ਉੱਤੋਂ ਲੰਘ ਜਾਵੇ। ਨਹੀਂ, ਅਸੀਂ ਜਿਹੜਾ ਜੀ ਰਹੇ ਹਾਂ ਉਸ ਲੈਵਲ ਦੇ ਉੱਤੇ ਗੱਲ ਕਰੀਏ ਤਾਂ ਜੋ ਤਰੁੱਟੀਆਂ ਆ ਰਹੀਆਂ ਸਾਡੇ ਵਿੱਚ ਆ ਗਈਆਂ ਨੇ ਉਹਨਾਂ ਨੂੰ। ਹੁਣ ਗੱਲ ਕੀਤੀ ਹੈ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਜੀ ਦੀ, ਤੇ ਕਈਆਂ ਨੇ ਕਹਿਣਾ ਲਓ ਜੀ ਗੁਰੂ ਅਮਰਦਾਸ ਉਹ ਵੀ ਮਰਦੇ ਸਨ, ਉਹ ਵੀ ਆ ਕਰਦੇ ਸਨ, ਗੁਰ ਪਰਮੇਸ਼ਰ ਇੱਕੋ ਜਾਣ, ਪਰ ਸਾਨੂੰ ਸਮਝਾਉਣ ਵਾਸਤੇ, ਧੰਨ ਗੁਰੂ ਅਮਰਦਾਸ ਨੇ ਸਾਨੂੰ ਸਮਝਾਉਣ ਵਾਸਤੇ ਇਹ ਸਭ ਕੁਝ ਲਿਖਿਆ ਹੈ। ਇਹ ਤਾਂ ਗੁਰੂ, ਉਹ ਤਾਂ ਪਰਮੇਸ਼ਰ ਹੈ। ਜਿਹੜੀ ਪਹਿਲੀ ਪੌੜੀ 'ਚ ਗੱਲ ਵੀ ਇਹ ਕੀਤੀ ਨਾ ਜੀ, ਵੀ ਪੂਰਨ ਤੌਰ ਦੇ ਉੱਤੇ ਉਹ ਜਿਹੜਾ ਭਗਤ ਵਸ਼ਲ ਵਾਹਿਗੁਰੂ ਪਰਮਾਤਮਾ ਸਾਰੇ ਸੰਸਾਰ ਨੂੰ ਦਾਤਾਂ ਦੇਣ ਵਾਲਾ, ਉਹਦੇ ਵਿੱਚ ਪੂਰਨ ਤੌਰ ਤੇ ਸਮਾਏ ਹੋਏ ਨੇ, ਤੇ ਉਸ ਤੋਂ ਬਗੈਰ ਕਿਸੇ ਦੇ ਵਿੱਚ ਭੋਰਾ ਭਰ ਵੀ ਇੱਧਰ ਉੱਧਰ ਖਿਆਲ ਨਹੀਂ ਰੱਖਦੇ। ਤੇ ਇਹ ਜਿਹੜੀ ਇੰਨੀ ਉੱਚੀ ਉਹਨਾਂ ਦੀ ਅਵਸਥਾ ਹੈ, ਇਹ ਧੰਨ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਉਹਨਾਂ ਨੂੰ ਪ੍ਰਾਪਤ ਹੋਈ ਹੈਗੀ ਹੈ। ਔਰ ਸਰੀਰ ਕਰਕੇ ਤੇ ਹਰ ਇੱਕ ਨੇ ਇੱਥੋਂ ਚਲੇ ਜਾਣਾ ਹੈ। ਸਰੀਰਕ ਤੌਰ ਤੇ ਉੱਤੇ ਤਾਂ ਬਾਬਾ ਅਮਰਦਾਸ ਜੀ ਵੀ ਜੋਤੀ ਜੋਤ ਸਮਾਏ, ਉਹਨਾਂ ਦਾ ਜਨਮ ਵੀ ਹੋਇਆ ਤੇ ਸਰੀਰਕ ਤੌਰ ਦੇ ਉੱਤੇ ਉਹ ਗਏ ਵੀ ਇਸ ਸੰਸਾਰ ਦੇ ਵਿੱਚੋਂ, ਪਰ ਨਾਨਕ ਦੀ ਜਿਹੜੀ ਜੋਤ ਸੀ ਉਹ 10 ਜਾਮਿਆਂ ਰਾਹੀਂ, ਗੁਰੂ ਗ੍ਰੰਥ ਸਾਹਿਬ ਰਾਹੀਂ ਹਮੇਸ਼ਾ ਵਾਸਤੇ ਇਸ ਸੰਸਾਰ ਦੇ ਵਿੱਚ ਰਮ ਗਈ। ਸੋ ਇਹ ਜੋ ਸੰਸਕਾਰਾਂ ਦੀ ਗੱਲ ਸ਼ੁਰੂ ਕੀਤੀ ਹੈ, ਰਾਮਕਲੀ ਸਾਧ ਜੋ ਮਰਨ ਸੰਸਕਾਰ ਹੈ, ਇਹ ਅਗਲੇ 2-3 ਐਪੀਸੋਡ ਹੋਰ ਲੱਗਣੇ ਨੇ, ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਜੋ ਦਿੱਤਾ ਹੈ, ਜੋ ਸੰਦੇਸ਼ਾ ਦਿੱਤਾ ਹੈ, ਗੁਰਬਾਣੀ ਅਨੁਸਾਰ ਅਸੀਂ ਆਪਣੇ ਜੀਵਨ ਵਿੱਚ ਢਾਲ ਕੇ ਉਹ ਉੱਤੇ ਆਪਣਾ ਜੀਵਨ ਚੱਲੀਏ, ਤਾਂ ਕਿ ਆ ਜੋ ਪਿੱਠ ਸਿਆਪੇ ਪਏ ਨੇ, ਮੈਂ ਸਿੱਧੀ ਪੰਜਾਬੀ 'ਚ ਗੱਲ ਆਖਾਂ, ਉਹਨਾਂ ਤੋਂ ਅਸੀਂ ਬਾਹਰ ਨਿਕਲ ਕੇ ਗੁਰੂ ਦੀਆਂ ਖੁਸ਼ੀਆਂ ਮਿਲਣ, ਗੁਰੂ ਦੇ ਚਰਨਾਂ ਲੱਗ ਸਕੀਏ। ਸੋ ਇਹ ਨਿਮਾਣਾ ਜਿਹਾ ਉਪਰਾਲਾ ਸੀ। ਭਾਈ ਸਾਹਿਬ ਜੀ ਵਿਦਵਾਨ ਨੇ, ਹਰ ਹਫ਼ਤੇ ਮਿਹਨਤ ਕਰਕੇ ਆਉਂਦੇ ਨੇ ਅਤੇ ਸੰਗਤਾਂ ਦੀ ਸੀਸ ਲੈਂਦੇ ਨੇ। ਅਗਲੇ ਹਫ਼ਤੇ ਇਸੇ ਟਾਈਮ ਅਗਲੀ ਪੌੜੀ ਜੋ ਹੈ, ਦੂਸਰੀ ਪੌੜੀ ਰਾਮਕਲੀ ਸਾਧ ਦੀ, ਉਹਦੇ ਉੱਤੇ ਵਿਚਾਰ ਸੁਣਾਂਗੇ। ਸੋ ਫਤਿਹ ਬੁਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।